ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਮਹੀਨੇ ਐਗਜ਼ੈਕਟਿਵ ਦੀ ਮੀਟਿੰਗ ਹੁੰਦੀ ਹੈ ਤੇ ਹਰ ਮਹੀਨੇ ਜਿਹੜੇ ਕੰਮ ਕੀਤੇ ਹੁੰਦੇ ਆ ਆਪਣੇ ਸ਼੍ਰੋਮਣੀ ਕਮੇਟੀ ਦੇ ਵਿੱਚ, ਟਰਸਟਾਂ ਵਿੱਚ, ਕਾਲਜਾਂ ਵਿੱਚ ਜਾਂ ਕੋਈ ਗੁਰਦੁਆਰਿਆਂ 'ਚ ਸੈਕਸ਼ਨ 85 'ਚ ਸੈਕਸ਼ਨ 87 'ਚ ਉਹ ਸਾਰੇ ਮਸਲੇ ਪਿਛਲੇ ਵਿਚਾਰੇ ਜਾਂਦੇ ਆ, ਅਗਲੀਆਂ ਪ੍ਰਵਾਨਗੀਆਂ ਦਿੱਤੀਆਂ ਜਾਂਦੀਆਂ। ਕੀਤੇ ਹੋਏ ਖਰਚਿਆਂ ਦਾ ਜਾਂ ਮੁਲਾਂਕਣ ਕੀਤਾ ਜਾਂਦਾ ਜਾਂ ਕੋਈ ਮਨਜ਼ੂਰੀ ਲੈਣ ਵਾਲੀ ਉਹ ਕੀਤੀ ਜਾਂਦੀ ਹੈ। ਸੋ ਇਹ ਪੂਰਾ ਵਰਾ ਜਿਹੜਾ ਸੀ ਅੱਜ ਸਾਡੀ ਲਾਸਟ ਇਸ ਸੈਸ਼ਨ ਦੀ ਜਿਹੜੀ ਉਹ ਮੀਟਿੰਗ ਸੀ ਤੇ ਇਹ ਸੈਸ਼ਨ ਦੀ ਮੀਟਿੰਗ ਜਿਹੜੀ ਹੈ ਇਹ ਅੰਤਲੀ ਮੀਟਿੰਗ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਅਗਲੀ ਜਿਹੜਾ ਚੋਣ ਦੀ ਤਰੀਕ ਹੈ ਉਹ ਫਿਕਸ ਕੀਤੀ ਗਈ ਹੈ 29 ਨਵੰਬਰ ਰੱਖੀ ਗਈ ਹੈ ਕਿਉਂਕਿ 21 ਦਿਨ ਦਾ ਸਾਨੂੰ ਨੋਟਿਸ ਦੇਣਾ ਪੈਂਦਾ। ਕੱਲ੍ਹ ਨੂੰ ਐਤਵਾਰ ਹੈ ਤੇ ਇਸ ਕਰਕੇ 29 ਨਵੰਬਰ ਜਿਹੜੀ ਹੈ ਉਹ ਤਰੀਕ ਫਿਕਸ ਕੀਤੀ ਗਈ ਹੈ ਜਿਹਦੇ ਵਿੱਚ ਫਿਰ ਦੁਬਾਰਾ ਪ੍ਰਧਾਨ ਦੀ, ਅਹੁਦੇਦਾਰਾਂ ਦੀ, ਐਗਜ਼ੈਕਟਿਵ ਮੈਂਬਰਾਂ ਦੀ ਚੋਣ ਕੀਤੀ ਜਾਏਗੀ। ਦੂਸਰੀ ਜਿਹੜੀ ਹੈ ਕਿ SGPC ਦਾ ਜਿਹੜਾ 100 ਸਾਲਾ ਅਸੀਂ ਮਨਾ ਰਹੇ ਹਾਂ, ਕੋਵਿਡ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਫੰਕਸ਼ਨ ਜਿਹੜੇ ਸੀ ਭਾਵੇਂ ਅਸੀਂ ਵੱਖ-ਵੱਖ ਥਾਵਾਂ 'ਤੇ ਵੱਡੇ ਪੱਧਰ 'ਤੇ ਨਹੀਂ ਕਰ ਸਕੇ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ 'ਚ ਜਾਂ ਨੇੜੇ ਤੇੜੇ ਥਾਵਾਂ ਦੇ ਉੱਤੇ ਕਿਤੇ ਅਸੀਂ ਧਾਰਮਿਕ ਮੁਕਾਬਲੇ ਕਰਾ ਕੇ, ਕਿਤੇ ਅਸੀਂ ਧਰਮ ਪ੍ਰਚਾਰ ਦੇ ਵਿੱਚ ਆਨਲਾਈਨ ਕਲਾਸਾਂ ਲਾ ਕੇ, ਕਿਤੇ ਅਸੀਂ ਡਿਬੇਟਸ ਕਰਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ 100 ਸਾਲਾਂ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀ 100 ਸਾਲਾ ਸ਼ਤਾਬਦੀ, ਉਹ ਅਸੀਂ ਮਨਾਉਂਦੇ ਆਏ। ਹੁਣ ਉਹਦੀ ਸੰਪੂਰਨਤਾ ਜਿਹੜੀ ਹੈ 15 ਨਵੰਬਰ ਨੂੰ ਕੀਤੀ ਜਾਏਗੀ। 15 ਨਵੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਜਾਣੀ ਹੈ। ਉਹਦੇ ਵਿੱਚ ਇਹ 100 ਸਾਲ ਦਾ ਜਿਹੜਾ ਇਤਿਹਾਸ ਹੈ ਉਹਨੂੰ ਫਿਰ ਦੁਹਰਾਇਆ ਜਾਏਗਾ। ਇਹਦੀਆਂ ਕਦਰਾਂ ਕੀਮਤਾਂ, ਇਹਦਾ ਇਤਿਹਾਸ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੇਖਾ ਜੋਖਾ ਜੋ ਹੁੰਦਾ ਇਹ ਕਿਹੜੀਆਂ ਕੁਰਬਾਨੀਆਂ ਨਾਲ ਬਣਿਆ, ਇਹ ਸਾਰਾ ਕੁਝ ਉਹਦੇ 'ਚ ਕੀਤਾ ਜਾਊਗਾ। 15 ਨਵੰਬਰ ਨੂੰ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇਹ ਜਿਹੜੀ ਇਹਦੀ ਸੰਪੂਰਨਤਾ ਦਿਵਸ ਮਨਾਈ ਜਾਏਗੀ। ਇੱਕ ਅਸੀਂ 400 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾ ਰਹੇ ਹਾਂ, ਉਹਦੇ ਬਦਸਤੂਰ ਇਹ ਸਮਾਗਮ ਜਿਹੜੇ ਚੱਲ ਰਹੇ ਹੈ ਜਿੱਥੇ ਅਸੀਂ ਲਗਾਤਾਰ ਗੁਰਮਤਿ ਦੇ ਸਮਾਗਮ ਕਰਦੇ ਆ ਰਹੇ ਹਾਂ ਵੱਖ-ਵੱਖ ਸਟੇਟਾਂ ਦੇ ਵਿੱਚ, ਉੱਥੇ ਇਹਨੂੰ ਸਮਰਪਿਤ ਕਰਕੇ ਅਸੀਂ ਵੱਖ-ਵੱਖ ਕਾਲਜਾਂ ਦੇ ਵਿੱਚ 200 ਲੜਕੀ ਜਿਹੜੀ ਸੀ ਫ੍ਰੀ ਐਜੂਕੇਸ਼ਨ ਦੇਣ ਲਈ ਗੁਰਸਿੱਖ ਲੜਕੀਆਂ ਨੂੰ ਅਸੀਂ ਦਾਖਲ ਕੀਤਾ। ਗੁਰਦੁਆਰਾ ਤਲਵੰਡੀ ਸਾਬੋ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਦੇ ਵਿੱਚ 200 ਲੜਕੀ, ਜਿਹਦੇ ਵਿੱਚ 72 ਲੜਕੀਆਂ ਅਸੀਂ ਜਿਹੜੀਆਂ ਸੀ ਉਹ ਕਸ਼ਮੀਰ ਵਿੱਚੋਂ ਆਉਂਦੀਆਂ, ਉੱਥੇ ਬਕਾਇਦਾ ਕਾਉਂਸਲਿੰਗ ਕਰਕੇ 72 ਲੜਕੀਆਂ ਨੂੰ ਲਿਆ ਕੇ ਅਸੀਂ ਉੱਥੇ ਦਾਖਲੇ ਦਿੱਤੇ ਔਰ ਪੂਰੀ ਉਹਦੀ ਜੋ ਰਿਹਾਇਸ਼, ਉਹਦੀ ਮੈਸ ਦਾ ਖਰਚਾ, ਉਹਨਾਂ ਦੀ ਪੜ੍ਹਾਈ ਦਾ ਖਰਚਾ, ਹਰ ਚੀਜ਼ ਉਹਨਾਂ ਨੂੰ ਅਸੀਂ ਮੁਹੱਈਆ ਕਰ ਰਹੇ ਹਾਂ ਔਰ ਉਹ ਫ੍ਰੀ ਐਜੂਕੇਸ਼ਨ, ਧਾਰਮਿਕ ਸਿਖਲਾਈ, ਜੋ ਵੀ ਉਹਨਾਂ ਦਾ ਪੂਰੀ ਐਜੂਕੇਸ਼ਨ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਇਹਦੇ ਨਾਲ ਹੋਰ ਵਾਧਾ ਕਰਦੇ ਹੋਏ ਕਿਉਂਕਿ 400 ਸਾਲਾ ਸਮਾਗਮ ਨੂੰ ਸਮਰਪਿਤ ਕਰਕੇ ਅਸੀਂ 400 ਲੜਕੀ ਦਾ ਸੋਚਿਆ ਸੀ। ਹੁਣ ਅਸੀਂ ਤਰਨ ਸਾਡਾ ਜਿਹੜਾ ਇੱਕ ਬਹੁਤ ਵੱਡੀ ਬਿਲਡਿੰਗ ਅਸੀਂ ਤਿਆਰ ਕੀਤੀ ਹੈ ਜਿਹਦੇ 'ਚ 200 ਲੜਕੀ ਹੋਰ ਭਰਤੀ ਕਰ ਰਹੇ ਹਾਂ। ਉਹ ਮਾਝੇ ਵਾਲੇ ਇਲਾਕੇ 'ਚੋਂ ਕਿ ਦੂਰ ਲੜਕੀਆਂ ਨੂੰ ਰੱਖਣਾ ਹੋਸਟਲਾਂ ਦੇ ਵਿੱਚ ਔਖਾ ਹੋ ਜਾਂਦਾ, ਉਹ ਅਸੀਂ ਉੱਥੇ ਤੇ 200 ਲੜਕੀ ਅਸੀਂ ਮਾਤਾ ਗੁਜਰੀ ਜੀ ਦਾ ਜਿੱਥੇ ਵਿਆਹ ਹੋਇਆ ਸੀ, ਮਾਤਾ ਗੁਜਰੀ ਕਾਲਜ ਕਰਤਾਰਪੁਰ ਬਣਿਆ ਹੋਇਆ, ਉਸ ਕਰਤਾਰਪੁਰ ਦੇ ਵਿੱਚ 200 ਲੜਕੀ ਹੋਰ ਤੇ 200 ਲੜਕੀ ਉੱਥੇ, ਜਿਨ੍ਹਾਂ ਨੂੰ ਸਾਰੀ ਐਜੂਕੇਸ਼ਨ, ਫ੍ਰੀ ਡਾਈਟ, ਫ੍ਰੀ ਸਾਰੀ ਟ੍ਰੇਨਿੰਗ, ਫ੍ਰੀ ਸਾਰੀ ਜਿਹੜੀ ਧਾਰਮਿਕ ਵਿੱਦਿਆ ਸਾਰੀ ਸਿਖਲਾਈ ਕੀਤੀ ਜਾਊਗੀ। ਔਰ ਮੈਂ ਬੇਨਤੀ ਕਰਦੀ ਹਾਂ ਕਿ ਜਿਹੜੀਆਂ ਵੀ ਲੜਕੀਆਂ, ਗੁਰਸਿੱਖ ਲੜਕੀਆਂ, ਅੰਮ੍ਰਿਤਧਾਰੀ ਲੜਕੀਆਂ ਜਿਹੜੀਆਂ ਸਾਡੀਆਂ ਅਜੇ ਕਾਲਜਾਂ ਵਿੱਚ ਨਹੀਂ ਦਾਖਲ ਹੋਈਆਂ, ਉਹ ਸਾਰੀਆਂ ਉਸ ਕਾਲਜ 'ਚ ਦਾਖਲ ਹੋਵੋ ਤਾਂ ਜੋ ਅਸੀਂ ਆਪਣੀ ਇਹ 400 ਸਾਲਾਂ ਦੀ ਜਿਹੜੀ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਉਹਨੂੰ ਮਨਾਉਣ ਹਿੱਤ ਜਿਹੜਾ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਉਹਦੇ 'ਚ ਅਸੀਂ ਸੇਵਾ ਪੂਰੀ ਕਰ ਸਕੀਏ। ਪਿਛਲੇ ਸਮੇਂ ਦੇ ਅੰਦਰ ਬੜੀਆਂ ਆਫਤਾਂ ਆਈਆਂ, ਭਾਵੇਂ ਕਿਸਾਨੀ ਸੰਘਰਸ਼ ਦੀ ਗੱਲ ਕਰ ਲਓ, ਭਾਵੇਂ ਕੋਵਿਡ ਦੇ ਸਮੇਂ ਦੀ ਗੱਲ ਕਰ ਲਓ। ਅੱਜ ਦੀ ਐਗਜ਼ੈਕਟਿਵ ਨੇ ਇਹ ਬਹੁਤ ਤਸੱਲੀ ਪ੍ਰਗਟ ਕੀਤੀ ਹੈ ਕਿ ਜਿੰਨੀ ਅਸੀਂ ਕਿਸਾਨ ਸੰਘਰਸ਼ ਦੇ ਵਿੱਚ ਯੋਗਦਾਨ ਪਾ ਸਕਦੇ ਸੀ, ਆਪਣੀ ਸਮਰੱਥਾ ਤੋਂ ਵੱਧ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਉਹ ਗੁਰੂ ਕੇ ਲੰਗਰਾਂ ਦੀ ਗੱਲ ਸੀ, ਭਾਵੇਂ ਉੱਥੇ ਰਿਹਾਇਸ਼ਾਂ ਦੀ ਗੱਲ ਸੀ, ਭਾਵੇਂ ਮੈਡੀਸਨਸ ਦੀ ਗੱਲ ਸੀ, ਭਾਵੇਂ ਕਿਸੇ ਕਿਸਮ ਦੀ ਆਰਥਿਕ ਤੌਰ ਦੇ ਉੱਤੇ ਇਕਨੋਮਿਕਲੀ ਕਿਸੇ ਦੀ ਮਦਦ ਕਰਨ ਦੀ ਲੋੜ ਸੀ,
ਉਹ ਅੱਜ ਦੀ ਸਾਰੀ ਜਿਹੜੀ ਐਗਜ਼ੈਕਟਿਵ ਸੀ ਇਹਨਾਂ ਨੇ ਬਹੁਤ ਸਰਬਸੰਮਤੀ ਦੇ ਨਾਲ ਇਹ ਪ੍ਰਸ਼ੰਸਾ ਦਾ ਮਤਾ ਵੀ ਪਾਇਆ ਕਿ ਜਿਹੜਾ ਸਾਡੇ ਮੁਲਾਜ਼ਮ ਸੀ, ਸਾਡੇ ਸਕੱਤਰ ਸਨ, ਇਹਨਾਂ ਸਾਰਿਆਂ ਨੇ ਬੜਾ ਕੋਆਪਰੇਟ ਕੀਤਾ ਤੇ ਸਾਲ ਅਸੀਂ ਪੂਰੀ ਸ਼ਾਂਤੀ ਦੇ ਨਾਲ ਜਿਹੜਾ ਅਸੀਂ ਕੰਮ ਕਰ ਸਕੇ ਹਾਂ। ਤੇ ਹਰ ਇੱਕ ਨੇ ਵੱਧ ਤੋਂ ਵੱਧ ਜਿੱਥੇ ਡਿਊਟੀ ਲਾਈ ਹੈ, ਭਾਵੇਂ ਕੋਈ ਆਫਤ ਸਾਨੂੰ ਯੂਪੀ 'ਚ ਆ ਗਈ ਹੈ, ਯੂਪੀ 'ਚ ਕਿਸਾਨਾਂ ਪ੍ਰਤੀ ਆਈ ਹੈ, ਅਸੀਂ ਉੱਥੇ ਜਾ ਕੇ ਵੀ ਪਹੁੰਚੇ ਹਾਂ, ਭਾਵੇਂ ਦਿੱਲੀ 'ਚ ਹੋਈ ਹੈ, ਸਿੰਘੂ ਬਾਰਡਰ 'ਤੇ ਹੋਈ ਹੈ, ਹਰਿਆਣੇ 'ਚ ਹੋਈ ਹੈ, ਜਾਂ ਕਿਤੇ ਕਸ਼ਮੀਰ ਵਿੱਚ ਵੀ ਕੋਈ ਪ੍ਰੋਬਲਮ ਆ ਗਈ ਹੈ, ਅਸੀਂ ਹਰ ਥਾਂ ਦੇ ਉੱਤੇ ਕੋਸ਼ਿਸ਼ ਕੀਤੀ ਹੈ ਕਿ ਉੱਥੇ ਪਹੁੰਚੀਏ। ਤੇ ਸਾਰੀ ਅੱਜ ਦੀ ਐਗਜ਼ੈਕਟਿਵ ਜਿਹੜੀ ਹੈ ਇਹਨਾਂ ਨੇ ਬਹੁਤ ਆਪਸੀ ਬੈਠ ਕੇ ਤਸੱਲੀ ਪ੍ਰਗਟ ਕੀਤੀ ਹੈ ਕਿ ਸਾਨੂੰ ਜੋ ਸਾਡਾ ਫਰਜ਼ ਸੀ ਅਸੀਂ ਆਪਣੇ ਫਰਜ਼ ਦੀ ਪੂਰਤੀ ਕਰਨ ਵਾਸਤੇ ਕਾਮਯਾਬ ਹੋਏ ਹਾਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਡਿਊਟੀ ਬਣਦੀ ਸੀ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਆਪਣੀ ਸੇਵਾ ਦਾ ਯੋਗਦਾਨ ਪਾਇਆ। ਇੱਕ ਜਿਹੜੀ ਸਾਡੀ ਟੀਮ ਗਈ ਸੀ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵਿੱਚ ਗਈ ਤੇ ਟੀਮ ਜਿਹੜੀ ਹੈ ਇੰਨੀ ਤਸੱਲੀ ਸਾਨੂੰ ਹੋਈ ਹੈ ਕਿ ਇਹ ਉੱਥੋਂ ਦੇ ਗੁਰਦੁਆਰਿਆਂ ਦੇ ਤਕਰੀਬਨ 73 ਕਮੇਟੀਆਂ ਜਿਹੜੀਆਂ ਸਨ, 70 ਤੋਂ 75 ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਭਾਵੇਂ ਉਹ ਟੋਰਾਂਟੋ ਸੀ, ਭਾਵੇਂ ਉਹ ਸਰੀ ਸੀ, ਭਾਵੇਂ ਕੈਲਗਰੀ ਸੀ, ਭਾਵੇਂ ਵੱਖ-ਵੱਖ ਸਟੇਟਾਂ ਦੇ ਵਿੱਚ, ਔਰ ਇਹ ਲਗਾਤਾਰ ਉਹਨਾਂ ਕਮੇਟੀਆਂ ਨੂੰ ਮਿਲ ਕੇ ਮੀਟਿੰਗਾਂ ਕਰਦੇ ਰਹੇ, 2-2 2.5 ਘੰਟੇ ਉਹਨਾਂ ਨਾਲ ਸਲਾਹ ਮਸ਼ਵਰੇ ਕਰਦੇ ਰਹੇ। ਕਿਉਂਕਿ ਸਾਨੂੰ ਬੜੀ ਵੱਡੀ ਮੁਸ਼ਕਿਲ ਆਉਂਦੀ ਸੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਹਰ ਭੇਜਣੇ ਹੁੰਦੇ ਹੈ ਤਾਂ ਕੋਈ ਨਾ ਕੋਈ ਸਾਡੇ ਕੋਲ ਕੁਤਾਹੀ ਜਿਹੜੀ ਹੁੰਦੀ ਸੀ ਉਹ ਮੀਡੀਆ ਰਾਹੀਂ ਜਦੋਂ ਬਾਹਰ ਨਿਕਲਦੀ ਸੀ ਉਹਦੇ ਨਾਲ ਸਾਡੀ ਬੜੀ ਚਰਚਾ ਜਿਹੜੀ ਸੀ ਨੈਗੇਟਿਵ ਬਣਦੀ ਸੀ। ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਇਹ ਗਲਤੀਆਂ ਹੋਣ, ਅਸੀਂ ਚਾਹੁੰਦੇ ਨਹੀਂ ਸੀ ਵੀ ਇਹ ਹੋਣ, ਵੀ ਇਹ ਨਾ ਚਾਹੁੰਦਿਆਂ ਹੋਇਆਂ ਵੀ ਅਸੀਂ ਇਹ ਕੋਈ ਐਸੀ ਗੱਲ ਕਰੀਏ, ਪਰ ਫਿਰ ਵੀ ਜੇ ਕਿਤੇ ਕੋਈ ਕੁਤਾਹੀ ਸੰਗਤ ਦੇ ਧਿਆਨ 'ਚ ਆ ਜਾਂਦੀ ਸੀ ਤਾਂ ਵੀ ਅਸੀਂ ਪਰੇਸ਼ਾਨ ਹੁੰਦੇ ਸੀ। ਸਾਡੀ ਬੜੀ ਚਿੰਤਾ ਬਣਦੀ ਸੀ ਜਦੋਂ ਅਸੀਂ ਕਿਸੇ ਹਵਾਈ ਜਹਾਜ਼ ਰਾਹੀਂ ਭੇਜਣਾ ਹੁੰਦਾ ਸੀ, ਚਾਰਟਰਡ ਰਾਹੀਂ ਭੇਜਣਾ ਸੀਗਾ ਤਾਂ ਵੀ ਉਹਨੂੰ ਸਪੈਸ਼ਲ ਕਰਾਉਣਾ ਪੈਂਦਾ ਸੀ, 9-9 10-10 ਕਰੋੜ ਰੁਪਏ ਦਾ ਚਾਰਟਰਡ ਕਰਾਉਣਾ ਪੈਣਾ, ਤਾਂ ਵੀ ਅਸੀਂ ਗੁਰੇਜ਼ ਕਰਦੇ ਸੀ ਵੀ ਇੰਨਾ ਪੈਸਾ ਕੌਮ ਦਾ ਸੀ ਕਿੱਦਾਂ ਬਰਬਾਦ ਕਰ ਸਕਦੇ ਹਾਂ। ਜੇ ਅਸੀਂ ਕਾਰਗੋ ਰਾਹੀਂ ਭੇਜਦੇ ਹਾਂ ਜਾਂ ਕੋਈ ਬੱਸ ਅਸੀਂ ਸ਼ਿਪ ਵਿੱਚ ਰਾਹੀਂ ਭੇਜਦੇ ਸੀ ਤਾਂ ਵੀ ਉੱਥੇ ਬੜਾ ਸਮਾਂ ਲੱਗ ਜਾਂਦਾ ਸੀ, 2-2 ਦਿਨ ਕਈ ਵਾਰ ਖਲੋਣਾ ਪੈਂਦਾ। ਕੁਦਰਤੀ ਹੈ, ਸਰਕਾਰਾਂ ਦੀਆਂ ਜਿਹੜੀਆਂ ਫਾਰਮੈਲਿਟੀਜ਼ ਹੈ ਉਹ ਕਰਨ ਵਾਸਤੇ ਸਾਨੂੰ ਉੱਥੇ ਖਲੋਣਾ ਵੀ ਪਏਗਾ, ਬਾਹਰ ਬੱਸ ਵੀ ਖੜੀ ਹੋਏਗੀ। ਉਹ ਜਿਹੜੀ ਚਰਚਾ ਬਣ ਜਾਂਦੀ ਸੀ ਉਹਦੇ ਨਾਲ ਸਾਡਾ ਬਹੁਤ ਜ਼ਿਆਦਾ ਜਿਹੜਾ ਅਕਸ ਸੀਗਾ ਉਹਨੂੰ ਢਾਹ ਲੱਗਦੀ ਸੀ, ਠੇਸ ਪਹੁੰਚਦੀ ਸੀ। ਸੋ ਸੰਗਤ ਦੇ ਮਨਾਂ ਨੂੰ ਠੇਸ ਪਹੁੰਚਦੀ ਸੀ। ਅਸੀਂ ਫਿਰ ਇੱਕ ਫੈਸਲਾ ਕੀਤਾ ਕਿ ਸਾਡੀ ਜਿਹੜਾ ਵਫਦ ਹੈ ਉਹ ਕੈਨੇਡਾ 'ਚ ਜਾਏ। ਫੈਸਲਾ ਇਹ ਕੀਤਾ ਕਿ ਅਸੀਂ ਕੋਈ ਪ੍ਰੈਸ ਜਿਹੜੀ ਹੈ ਬਾਹਰ ਲਗਾਈਏ, ਕਿਉਂਕਿ ਜਿਹੜੀ ਅੱਜ ਬਾਹਰਲੀ ਸੰਗਤ ਹੈ, ਜਿੰਨੇ ਕੁ ਪੰਜਾਬ 'ਚ ਲੋਕ ਹੈ ਉਨੇ ਕੁ ਸਿੱਖ ਜਿਹੜੇ ਆ ਬਾਹਰ ਵੱਸ ਗਏ, ਮੇਰੇ ਖਿਆਲ ਉਹ ਤੋਂ ਜ਼ਿਆਦਾ ਹੀ ਹੋ ਗਏ ਹੋਣਗੇ। ਉਹ ਜਿਹੜੇ ਸਿੱਖਾਂ ਦਾ ਸਾਡੇ ਨਾਲੋਂ ਆਪਸ ਵਿੱਚ ਤਾਲਮੇਲ ਟੁੱਟਦਾ ਜਾ ਰਿਹਾ ਹੈ, ਉਹ ਤਾਲਮੇਲ ਜਿਹੜੀ ਹੈ ਆਪਸ ਵਿੱਚ ਫਿਰ ਬਣਾਉਣ ਵਾਸਤੇ ਕਿ ਸਾਡਾ ਉੱਥੇ ਕੋਈ ਨਾ ਕੋਈ ਠਾਰ ਹੋਵੇ, ਭਾਵੇਂ ਉਹ ਪ੍ਰੈਸ ਅਸੀਂ ਲਾਈਏ, ਭਾਵੇਂ ਅਸੀਂ ਸਿੱਖ ਮਿਸ਼ਨ ਉੱਥੇ ਤਿਆਰ ਕਰੀਏ, ਭਾਵੇਂ ਦਫ਼ਤਰ ਤਿਆਰ ਕਰੀਏ, ਜਿਹਦੇ ਨਾਲ ਸਾਡੇ ਉਹ ਜਿਹੜਾ ਉੱਥੇ ਦਾ ਪ੍ਰੀਚਰ ਹੈ, ਪ੍ਰਚਾਰਕ ਹੈ, ਉੱਥੋਂ ਇੰਗਲਿਸ਼ ਸਪੀਕਿੰਗ ਜਾਂ ਉਹਨਾਂ ਲੈਂਗੁਏਜ ਵਿੱਚ ਜਿਹੜੇ ਪੜ੍ਹਦੇ ਬੱਚੇ ਹੈ ਉਹਨਾਂ ਵਿੱਚੋਂ ਲਏ ਜਾਣ ਅਤੇ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਤਾਂ ਜੋ ਉੱਥੇ ਸਾਡੀ ਜਿਹੜਾ ਪ੍ਰਚਾਰ ਹੈ ਉਹ ਸਹੀ ਢੰਗ ਦੇ ਨਾਲ ਸੰਗਤ ਵਿੱਚ ਜਾ ਸਕੇ। ਸੋ ਉੱਥੇ ਜਦੋਂ ਗਏ ਹੈ ਬੜੀ ਤਸੱਲੀ ਵੀ ਹੋਈ ਅਤੇ ਖੁਸ਼ੀ ਵੀ ਹੋਈ ਹੈ। ਹਰ ਕਮੇਟੀ ਨੇ ਜੇ ਕੋਈ 2-4 ਵਿਅਕਤੀਆਂ ਨੇ ਕੋਈ ਗੱਲ ਕੀਤੀ ਵੀ ਹੋਏਗੀ ਤੇ ਬੜੇ ਠਰਮੇ ਨਾਲ ਉਹਨੂੰ ਸਪਸ਼ਟੀਕਰਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਗੱਲ ਹੈ, ਕਿੱਥੇ ਕਮੀ ਆਈ ਹੈ, ਸੁਝਾਅ ਵੀ ਦਿੱਤੇ ਹੈ, ਸੁਝਾਅ ਵੀ ਉਹਨਾਂ ਨੇ ਸਾਨੂੰ ਭੇਜੇ ਹੈ। ਤੇ ਇਹ ਸਾਰੀਆਂ, ਪਰ ਇੱਕ ਗੱਲ ਹੈ ਕਿ ਜਿੰਨੀਆਂ ਕਮੇਟੀਆਂ ਮਿਲੀਆਂ 70 ਤੋਂ 75 ਉਹਨਾਂ ਸਾਰੀਆਂ ਨੇ ਹੀ ਇਹ ਬੜੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰ ਆ ਕੇ ਜ਼ਰੂਰ ਆਪਣਾ ਦਫ਼ਤਰ, ਆਪਣਾ ਮਿਸ਼ਨ ਔਰ ਆਪਣਾ ਜਿਹੜੀ ਪ੍ਰੈਸ ਹੈ ਉਹ ਇੱਥੇ ਲਗਾਵੇ ਤਾਂ ਜੋ ਜਿੰਨਾ ਮਟੀਰੀਅਲ ਸਾਨੂੰ ਚਾਹੀਦਾ ਹੋਵੇ ਉਹ ਇੱਥੇ ਵੰਡਿਆ ਜਾ ਸਕੇ। ਤੇ ਇੱਥੋਂ ਆਪਣੀ ਜਿੰਨੀ ਲਿਟਰੇਚਰ ਹੈ, ਭਾਵੇਂ ਉਹ ਇਤਿਹਾਸਕ ਦਾ ਹੈ, ਭਾਵੇਂ ਗੁਰੂ ਇਤਿਹਾਸ ਦਾ, ਭਾਵੇਂ ਸਿੱਖ ਇਤਿਹਾਸ ਦਾ, ਜਾਂ ਸਿਧਾਂਤਕ ਤੌਰ ਦੇ ਉੱਤੇ ਕੋਈ ਸਿੱਖ ਰਹਿਤ ਮਰਿਆਦਾ ਦੀਆਂ ਕਿਤਾਬਾਂ ਹੁੰਦੀਆਂ, ਉਹ ਸਾਰੀਆਂ ਸਾਨੂੰ ਸਮੇਂ ਨਾਲ ਮਿਲਦੀਆਂ ਰਹਿਣ। ਤੇ ਨਾਲ ਨਾਲ ਸਾਡੇ ਜਿਹੜੇ ਕਾਲਜ ਹੈ ਉੱਥੇ ਸਿੱਖ ਮਿਸ਼ਨਰੀ ਕਾਲਜ ਖੋਲ੍ਹ ਕੇ ਤੇ ਉਹਦੇ ਵਿੱਚ ਅਸੀਂ ਬੱਚੇ ਟ੍ਰੇਨਡ ਕਰ ਸਕੀਏ, ਗ੍ਰੰਥੀ ਬਣਾ ਸਕੀਏ, ਪ੍ਰੀਚਰ ਬਣਾ ਸਕੀਏ। ਇਹ ਉਹਨਾਂ ਤਸੱਲੀ ਮਹਿਸੂਸ ਕੀਤੀ ਹੈ ਕਿ ਅਸੀਂ, ਔਰ ਇਹ ਵੀ ਗੱਲ ਹੈ ਕਿ ਉਹਨਾਂ ਨੇ ਕਿਹਾ ਸ਼ੁਕਰ ਹੈ ਕਿਤੇ ਇਹ ਵਫਦ ਆਇਆ। ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਅਸੀਂ ਲੋਕੀ ਕਹਿੰਦੇ ਸੀਗੇ ਕੈਨੇਡਾ ਭੇਜਣਾ ਵਫਦ ਕੀ ਲੋੜ ਹੈ, ਕਈ ਇਸ ਤਰ੍ਹਾਂ ਦੀ ਗੱਲ ਕਰਦੇ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਬਹੁਤ ਹੀ ਸਤਿਕਾਰ ਦਿੱਤਾ, ਹਰ ਇੱਕ ਨੇ ਇਹਨੂੰ ਸਨਮਾਨ ਕਰਕੇ ਤੋਰਿਆ, ਹਰ ਇੱਕ ਨੇ ਆਪਣੇ ਸੁਝਾਅ ਵੀ ਦਿੱਤੇ ਔਰ ਬੜੀ ਤਸੱਲੀ ਦਵਾਈ ਹੈ
ਕਿ ਅਸੀਂ ਤੁਹਾਡੇ ਨਾਲ ਹੈ। ਔਰ ਤੁਸੀਂ ਹੈਰਾਨ ਹੋਵੋਗੇ 3 ਥਾਵਾਂ ਤੋਂ 3 ਸੰਸਥਾਵਾਂ ਦੇ ਮੁਖੀਆਂ ਵੱਲੋਂ ਜਗ੍ਹਾ ਦੇਣ ਵਾਸਤੇ ਆਫਰ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੇ ਕਿਹਾ ਭਾਵੇਂ ਜਿੰਨੀ 6 ਏਕੜ 10 ਏਕੜ ਜਿੰਨੀ ਜਗ੍ਹਾ ਦੀ ਲੋੜ ਹੋਏਗੀ ਅਸੀਂ ਤੁਹਾਨੂੰ ਜਗ੍ਹਾ ਵੀ ਦੇਵਾਂਗੇ ਔਰ ਅਸੀਂ ਇੱਥੇ ਤੁਹਾਨੂੰ ਜਗ੍ਹਾ ਨੂੰ ਬਣਾਉਣ ਵਾਸਤੇ ਵੀ, ਤੇ ਕਈਆਂ ਨੇ ਇਹ ਵੀ ਕਹਿਤਾ ਕਿ ਅਸੀਂ ਤੁਹਾਨੂੰ ਗੱਡੀਆਂ ਆਫਰ ਮਸ਼ੀਨਾਂ ਲਾ ਕੇ ਦੇਵਾਂਗੇ, ਹਰ ਚੀਜ਼ ਦੇਵਾਂਗੇ। ਲੇਕਿਨ ਇੱਕੋ ਗੱਲ ਹੈ ਕਿ ਕਮਾਂਡ ਜਿਹੜੀ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇ। ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਦੇਖ ਰੇਖ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਕੌਮ ਨੂੰ ਜਵਾਬਦੇਹ ਹੈ, ਕੋਈ ਇੱਕ ਵਿਅਕਤੀ ਦੇ ਹੱਥ ਵਿੱਚ ਕੋਈ ਆ ਗਈ ਚੀਜ਼ ਤੇ ਉਹ ਜਵਾਬਦੇਹ ਨਹੀਂ ਹੁੰਦਾ। ਸੋ ਇਸ ਕਰਕੇ ਸੰਸਥਾ ਵਿੱਚ ਇੰਨਾ ਵਿਸ਼ਵਾਸ ਕਰਕੇ ਉਹਨਾਂ ਨੇ ਸਾਨੂੰ ਮਾਣ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਇਹਨੂੰ ਤਿਆਰ ਕਰੇ। ਸਾਡੇ ਕੋਲੋਂ ਸੇਵਾਵਾਂ ਦੇ ਵਿੱਚ ਜਿੰਨਾ ਹਿੱਸਾ ਪਾ ਸਕੇ, ਭਾਵੇਂ ਉਹ ਜ਼ਮੀਨ ਦੇ ਤੌਰ ਦੇ ਉੱਤੇ, ਭਾਵੇਂ ਅਸੀਂ ਮਸ਼ੀਨਾਂ ਦੇ ਤੌਰ ਦੇ ਉੱਤੇ, ਭਾਵੇਂ ਕੋਈ ਕਮਰੇ ਬਣਾ ਕੇ ਦੇਣ ਦੀ ਗੱਲ ਹੈ, ਭਾਵੇਂ ਇੱਥੋਂ ਤੱਕ ਕਿ ਜਿਹੜੇ ਮੁਲਾਜ਼ਮ ਹੈ ਉਹਨਾਂ ਦੀਆਂ ਤਨਖਾਹਾਂ ਦੇਣ ਵਾਸਤੇ ਵੀ ਉਹਨਾਂ ਨੇ ਕਿਹਾ ਕਿ ਜਿੰਨੇ ਚਿਰ ਇੱਥੇ ਰਹਿਣਗੇ ਅਸੀਂ ਤਨਖਾਹਾਂ ਵੀ ਉਹਨਾਂ ਦੀਆਂ ਦੇਵਾਂਗੇ ਔਰ ਗੱਡੀਆਂ ਵੀ ਅਸੀਂ ਤੁਹਾਨੂੰ ਦੇਵਾਂਗੇ, ਬੱਸਾਂ, ਕਿ ਉਹ ਬੱਸਾਂ ਤੁਸੀਂ ਇੱਥੋਂ ਛਪਾਈ ਕਰਕੇ ਗੁਰੂ ਗ੍ਰੰਥ ਸਾਹਿਬ ਅਮਰੀਕਾ 'ਚ ਲੈ ਕੇ ਜਾਓ, ਸਾਰੀਆਂ ਸਟੇਟਾਂ 'ਚ ਲੈ ਕੇ ਜਾਓ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਸਿੱਖ ਕਿਤੇ ਵੀ ਵਸਦਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਖਨਾ ਜਾਂ ਉਹਦੀ ਸੁੱਖ ਮੰਗਦਾ, ਉਹਦੀ ਅਰਦਾਸ ਕਰਦਾ ਚੜ੍ਹਦੀ ਕਲਾ ਦੀ। ਇਹ ਸਾਡੇ ਮਨ ਦੇ ਉੱਤੇ ਬੜੀ ਵੱਡੀ ਤਸੱਲੀ ਆਈ ਹੈ ਤੇ ਰਾਹਤ ਮਿਲੀ ਹੈ ਕਿ ਸਿੱਖ ਕਿਤੇ ਵੀ ਬੈਠਾ ਉਹ ਆਪਣੇ ਧੁਰੇ ਨਾਲ ਜੁੜਿਆ ਹੋਇਆ, ਸ੍ਰੀ ਦਰਬਾਰ ਨਾਲ ਸਾਹਿਬ ਨਾਲ ਜੁੜਿਆ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਿਆ ਹੋਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਨੂੰ ਜੇ ਬਣਾਈ ਰੱਖਣਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਬਾਹਰ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਉੱਥੇ ਅੱਜ ਵੀ ਗੁਰਦੁਆਰਿਆਂ 'ਚ ਆਪਸ ਵਿੱਚ ਬੜੇ ਵੱਡੇ ਕਲੇਸ਼ ਵੀ ਹੋ ਜਾਂਦੀ ਹੈ, ਲੜਾਈਆਂ ਵੀ ਹੁੰਦੀਆਂ, ਝਗੜੇ ਵੀ ਹੁੰਦੇ। ਉਹ ਸਮਝਦੇ ਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਥੇ ਕੋਈ ਹੋਏਗਾ ਕੋਈ ਥੋੜ੍ਹਾ ਬਹੁਤਾ ਤੇ ਸਾਨੂੰ ਇਹ ਫਾਇਦਾ ਹੋਏਗਾ ਕਿ ਅਸੀਂ ਆਪਣੀ ਅਪਰੋਚ ਜਿਹੜੀ ਹੈ ਉੱਥੇ ਕਰ ਸਕਾਂਗੇ। ਜੀ ਉਹੀ ਪ੍ਰੈਸ ਇਸੇ ਕਰਕੇ ਲਾਉਣ ਲੱਗੇ ਆ ਵੀ ਜਿੰਨੀ ਲੋੜ ਪਵੇ ਉੱਥੇ, ਕਿਉਂਕਿ ਸਾਡੇ ਕੋਲ ਹੁਣ ਮੰਗ ਆਈ ਹੈ ਕਿ 200 ਭੇਜੋ, ਕੋਈ ਕਹਿੰਦਾ 400 ਭੇਜੋ, ਕੋਈ ਕਹਿੰਦਾ 100। ਉੱਥੇ ਕਿੰਨੀ ਲੋੜ ਹੈ ਪਹਿਲਾਂ ਜਗ੍ਹਾ ਦੇਖੀ ਜਾ, ਜਿੱਦਾਂ ਹੁਣ ਦੇਖਦੇ ਆ ਪ੍ਰਚਾਰਕ ਜਾ ਕੇ, ਪਹਿਲਾਂ ਜਗ੍ਹਾ ਦੇਖੀ ਜਾਏਗੀ ਕਿ ਉੱਥੇ ਲੋੜ ਹੈਗੀ ਕਿ ਨਹੀਂ ਹੈਗੀ, ਕਿ ਜਿਹੜਾ ਸਰੂਪ ਕੋਈ ਵਿਰਧ ਹੋ ਗਿਆ ਉਹਨੂੰ ਵਾਪਸ ਲੈ ਕੇ ਆਵਾਂਗੇ। ਇੱਦਾਂ ਉਹਨਾਂ ਨੂੰ ਲਿਜਾਣਾ, ਕਈ ਥਾਵਾਂ 'ਤੇ ਇੱਦਾਂ ਦੇ ਸਾਨੂੰ ਕੇਸ ਮਿਲੇ ਆ ਜਿਹੜੇ ਅਟੈਚੀਆਂ 'ਚ ਪਾ ਕੇ ਲੈ ਕੇ ਗਏ। ਅਟੈਚੀ ਵਿੱਚ ਪਾ ਕੇ ਲੈ ਕੇ ਜਾਣਾ ਸਭ ਤੋਂ ਵੱਡੀ ਇਹ ਬੇਅਦਬੀ ਸਮਝੀ ਜਾਂਦੀ ਹੈ, ਕਿਉਂਕਿ 5 ਪਿਆਰੇ 5 ਸਿੱਖ ਸਾਹਿਬਾਨ ਜਾਣ, ਫਿਰ ਉਹ ਨਾਲ ਲੈ ਕੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਣ, ਤੇ ਜਦੋਂ ਕੋਈ ਇੱਕ ਅਟੈਚੀ 'ਚ ਪਾ ਕੇ ਲਿਜਾਏਗਾ ਜਹਾਜ਼ ਵਿੱਚ, ਫਿਰ ਉਹ ਤੇ ਸਮਝੋ ਦੂਜੀਆਂ ਕਿਤਾਬਾਂ ਵਾਂਗੂ ਸਮਝਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਨੂੰ ਅਟੈਚੀ 'ਚ ਪਾ ਕੇ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਕਰਕੇ ਮੈਂ ਤੁਹਾਨੂੰ ਕਿਹਾ ਕਿ ਮੈਂ ਕਿਹਾ ਹਾਂਜੀ ਉੱਥੇ ਛਪਾਈ ਕੀਤੀ ਜਾਏਗੀ ਔਰ ਜਿੱਥੇ ਲੋੜ ਪੈਗੀ ਉੱਥੇ ਪਹੁੰਚਾਇਆ ਜਾਏ। ਬੀਬੀ ਜੀ ਗੱਲ ਕਰੋ ਤੁਸੀਂ। ਇੱਕ ਜਿਹੜਾ ਜੀ ਵੈਸੇ ਇਹਦੇ ਨਾਲ ਹੀ ਪਰਵਾਨਾ ਜੀ ਦੇ ਨਾਲ ਦਾ ਇੱਕ ਬਣਦਾ ਸਵਾਲ ਸੀ ਮੇਰੇ ਮਿੱਤਰ ਥੋੜਾ ਜਿਹਾ ਲੇਟ ਹੋ ਨਹੀਂ ਸਾਨੂੰ ਤਾਂ ਇਹ ਆ ਵੀ ਪਹਿਲਾਂ 10 ਲੈਣ ਦਾ ਸਵਾਲ ਪੁੱਛ ਲਿਓ ਬਾਅਦ ਕਰੋ ਤੁਸੀਂ। ਅਸਲ ਚ ਕੀ ਹੈ ਕਿ ਕੀ ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਪਾਈ ਹੋਏਗੀ ਕਿ ਦਫ਼ਤਰ ਵੀ ਐਸਜੀਪੀਸੀ ਦਾ ਖੁੱਲੇਗਾ, ਉੱਥੇ ਆਪਣਾ ਸਟਾਫ ਵੀ ਹੋਏਗਾ, ਪੂਰਾ ਸਟਾਫ, ਪੂਰੀ ਮਸ਼ੀਨਰੀ, ਪੂਰੀ ਪ੍ਰੈਸ, ਸਿੱਖ ਮਿਸ਼ਨਰੀ ਕਾਲਜ ਔਰ ਸਾਰੇ ਮੁਲਾਜ਼ਮ ਸਾਡੇ ਹੋਣਗੇ। ਇਹ ਹੈ ਕਿ ਉੱਥੋਂ ਦੇ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲਣ ਵਾਲੇ ਜਿਹੜੇ ਲੋਕ ਪੜ੍ਹੇ ਲਿਖੇ ਹੋਣਗੇ, ਜਿਹੜੇ ਗੁਰਸਿੱਖ ਉੱਥੇ ਸਾਡੇ ਨਾਲ ਜੁੜਨਾ ਚਾਹਣਗੇ, ਉੱਥੋਂ ਪੜ੍ਹਨਾ ਚਾਹਣਗੇ, ਉਹਨਾਂ ਨੂੰ ਅਸੀਂ ਵਿੱਚ ਲਵਾਂਗੇ ਔਰ ਜੇ ਕੋਈ ਸਰਵਿਸ ਵੀ ਕਰਨੀ ਚਾਹੇਗੀ ਅਸੀਂ ਉਹਦੇ ਵਿੱਚੋਂ ਉੱਥੋਂ ਲੈ ਸਕਦੇ। ਜਿਹੜਾ ਕੱਲਾ ਕੈਨੇਡਾ ਦੇ ਵਿੱਚ ਇਹ ਅਜੇ ਫਾਈਨਲ ਕਰਾਂਗੇ ਜੀ। ਸਿੰਘ ਸਾਹਿਬ ਕੋਲ ਅਸੀਂ ਰਿਪੋਰਟ ਭੇਜੀ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਇਹਦੀ ਰਿਪੋਰਟ ਤਿਆਰ ਕਰਕੇ ਲਿਆਓ। ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਰਿਪੋਰਟ ਅਸੀਂ ਭੇਜ ਦਿੱਤੀ, ਸਾਡੇ ਕੋਲ ਆ ਗਈ, ਅੱਜ ਪਾਸ ਕਰਤੀ ਹੈ ਕਿ ਇਹਨੂੰ ਉੱਥੇ ਭੇਜਿਆ ਜਾਵੇ। ਉਹ ਸਾਨੂੰ ਹਦਾਇਤ ਕਰਨਗੇ, ਫਿਰ ਅਸੀਂ ਜਗ੍ਹਾ ਸਿਲੈਕਟ ਕਰਾਂਗੇ ਕਿਉਂਕਿ ਇਹ 3 ਥਾਵਾਂ ਉਹਨਾਂ ਨੇ ਸਾਨੂੰ ਦਿੱਤੀਆਂ, ਇਹ ਬਾਅਦ ਵਿੱਚ ਬੈਠ ਕੇ ਸਿਲੈਕਟ ਕੀਤੀ ਜਾਊ ਵੀ ਕਿਹੜੀ ਜਗ੍ਹਾ ਦੇ ਉੱਤੇ ਅਸੀਂ ਜਾ ਕੇ ਖੋਲ੍ਹੀਏ। ਬੀਬੀ ਜੀ ਬਾਹਰ ਵਿਦੇਸ਼ਾਂ 'ਚ ਤੁਹਾਨੂੰ ਪਤਾ ਬਹੁਤ ਜ਼ਿਆਦਾ ਜਿਹੜੇ ਸਾਡੇ ਬਾਹਰ ਜਿਹੜੇ ਭਾਈਚਾਰਾ ਰਹਿੰਦਾ ਬਹੁਤ ਜ਼ਿਆਦਾ ਹੈਗਾ, ਸੈਂਸਿਟਿਵ ਹੁੰਦਾ, ਉਹ ਬਹੁਤ ਜ਼ਿਆਦਾ ਧਾਰਮਿਕ ਵੀ ਜ਼ਿਆਦਾ ਨਾਲੋਂ ਜ਼ਿਆਦਾ ਕਰਦੇ, ਕੰਮ ਕਰਦੇ, ਕਦਰਾਂ ਕੀਮਤਾਂ ਜ਼ਿਆਦਾ ਕਰਦੇ। ਜਿਹੜੀਆਂ ਕੈਨੇਡਾ ਤੋਂ ਤੁਸੀਂ ਜਿਹੜੀਆਂ ਬਾਕੀ ਕੰਟਰੀਆਂ ਜਿੱਦਾਂ ਉੱਥੇ ਪ੍ਰਿੰਟਿੰਗ ਪ੍ਰੈਸ ਲੱਗੇਗੀ ਆ ਕੇ, ਉਹ ਕੈਨੇਡਾ ਤੋਂ ਬਾਕੀ ਮੁਲਕਾਂ 'ਚ ਵੀ ਉਹਨੂੰ ਉੱਥੇ ਕਰਨਗੇ ਜਾਂ ਇਕੱਲਾ ਤੁਸੀਂ ਅਜੇ ਫਿਲਹਾਲ ਵਿਦੇਸ਼ਾਂ 'ਚ ਕੈਨੇਡਾ ਦੇ ਵਾਸਤੇ ਕੀਤਾ? ਦੇਖੋ ਕੈਨੇਡਾ 'ਚ ਜੇ ਗਿਆ ਸੀ ਵਫਦ, ਆਸਟ੍ਰੇਲੀਆ ਤੋਂ ਵੀ ਸਾਨੂੰ ਟੈਲੀਫੋਨ ਆ ਗਏ ਆ ਵੀ ਜੇ ਤੁਸੀਂ ਚਾਹੋ ਤੇ ਅਸੀਂ ਇੱਥੇ ਵੀ ਤੁਹਾਨੂੰ ਕੋਆਪਰੇਟ ਕਰਾਂਗੇ, ਇੱਥੇ ਵੀ ਤੁਹਾਨੂੰ ਅਸੀਂ ਜਗ੍ਹਾ ਦੇਵਾਂਗੇ। ਤੁਸੀਂ ਹੈਰਾਨ ਹੋਵੋਗੇ ਕਿ ਯੂਰਪ ਦੇ ਵਿੱਚੋਂ ਵੀ, ਅਮਰੀਕਾ ਦੇ ਵਿੱਚ ਯੂਬਾ ਸਿਟੀ 'ਚ ਅਸੀਂ ਆਲਰੇਡੀ ਸਾਡਾ ਉੱਥੇ 4 ਕਰੋੜ ਰੁਪਏ ਅਸੀਂ ਭੇਜਿਆ ਹੋਇਆ, ਅਸੀਂ ਪੈਸਾ ਜਮ੍ਹਾਂ ਕੀਤਾ ਬੈਂਕ ਦੇ ਵਿੱਚ, ਉੱਥੇ ਵੀ ਅਸੀਂ ਜਗ੍ਹਾ ਦੇਖਣ ਲਈ ਲਈ ਹੈ। ਪਰ
ਅਸੀਂ ਸੋਚਦੇ ਜੇ ਕੈਨੇਡਾ 'ਚ ਵੀ ਬਣ ਜੇ ਅਸੀਂ ਪਹੁੰਚਾ ਸਕਦੇ ਹਾਂ ਉੱਥੋਂ, ਕਿਉਂਕਿ ਉਹਦੇ ਥਰੂ ਮਤਲਬ ਬੱਸਾਂ ਰਾਹੀਂ ਨੇੜੇ ਚਲੀ ਜਾਂਦੀ ਬੀਬੀ ਜੀ ਹੋਰ ਅੰਤਰਿਮ ਕਮੇਟੀ 'ਚ ਕੀ ਫੈਸਲੇ ਹੋਏ ਉਹ ਦੱਸ ਦਿਓ, ਤੁਸੀਂ ਸਵਾਲ ਫਿਰ ਪੁੱਛੇ। ਚਲੋ ਮੇਰਾ ਕਹਿਣ ਤੋਂ ਭਾਵ ਹੈ ਕਿ ਪ੍ਰੈਸ ਦਾ ਅਸੀਂ ਜਿਹੜਾ ਸੋਚਿਆ ਸੀ ਉਹ ਵਫਦ ਗਿਆ ਸੀ, ਉਹਨਾਂ ਰਿਪੋਰਟ ਲਿਆਂਦੀ ਹੈ, ਉਹ ਅਸੀਂ ਸਿੰਘ ਸਾਹਿਬ ਕੋਲ ਭੇਜਾਂਗੇ। ਜਦ ਸ਼੍ਰੀ ਅਕਾਲ ਤਖਤ ਸਾਹਿਬ ਜੀ ਫੈਸਲਾ ਕਰਕੇ ਅੱਗੇ ਦੱਸਣਗੇ ਵੀ ਅਸੀਂ ਅੱਗੋਂ ਕੀ ਕਰਨਾ। ਇਹਨੂੰ ਸਮਾਂ ਲੱਗ ਸਕਦਾ, ਕੋਈ ਮਹੀਨਾ 2 ਮਹੀਨੇ, ਪਰ ਇਹ ਹੈ ਵੀ ਪ੍ਰਿੰਸੀਪਲੀ ਅਸੀਂ ਇਹ ਕੰਮ ਸ਼ੁਰੂ ਕੀਤਾ ਵੀ ਅਸੀਂ ਕਰਨਾ ਹੈ। ਤੀਜਾ ਜਿਹੜਾ ਪਹਿਲਾਂ ਵੀ ਸਿੰਘੂ ਬਾਰਡਰ ਉੱਤੇ ਜਾਂ ਦੂਜੇ ਬਾਰਡਰਾਂ ਦੇ ਉੱਤੇ ਕੋਈ ਵੀ ਜਿਹੜਾ ਆਪਣੀ ਜਾਨ ਗਵਾ ਗਿਆ ਉਹਨਾਂ ਨੂੰ ਅਸੀਂ 1-1 ਲੱਖ ਰੁਪਏ ਦਿੰਦੇ ਰਹੇ। ਟਿਕਰੀ ਬਾਰਡਰ ਦੇ ਉੱਤੇ ਬੀਬੀਆਂ ਬੈਠੀਆਂ ਹੋਈਆਂ ਸਨ, 97 ਤੇ ਇੱਕ ਟਿੱਪਰਾ ਚੜਿਆ ਤੇ ਉਹ ਵੀ ਫੈਸਲਾ ਕੀਤਾ ਗਿਆ ਕਿ ਉਹਨਾਂ ਬੀਬੀਆਂ ਨੂੰ ਵੀ 1-1 ਲੱਖ ਰੁਪਏ ਜਿਹੜਾ ਉਹ ਦਿੱਤਾ ਜਾਵੇ, ਜਿਹੜੀਆਂ ਫੱਟੜ ਹੋਈਆਂ ਉਹਨਾਂ ਨੂੰ ਵੀ ਤੇ ਜਿਹੜੇ ਉੱਥੇ ਜਿਹਨੇ ਜਾਨ ਚਲੀ ਗਈ ਹੈ ਉਹਨਾਂ ਨੂੰ। ਸੋ ਕਹਿਣ ਤੋਂ ਭਾਵ ਕਿ ਪਹਿਲਾਂ ਵੀ ਅਸੀਂ ਮੈਡੀਕਲੀ ਵੀ 5 ਵੈਨਾਂ ਉੱਥੇ ਖੜੀਆਂ ਰੱਖੀਆਂ, ਸਾਰਿਆਂ ਅਸੀਂ ਸਹੂਲਤਾਂ ਜਿਹੜੀਆਂ ਅਸੀਂ ਬਣਦੀਆਂ ਸੀਗੀਆਂ, ਇੱਥੋਂ ਤੱਕ ਕਿ ਪਖਾਨੇ ਬਣਾ ਕੇ ਵੀ ਦਿੱਤੇ। ਉਹ ਸਾਰੀਆਂ ਜਿਹੜੀਆਂ ਅਸੀਂ ਪਹਿਲਾਂ ਸੇਵਾਵਾਂ ਕੀਤੀਆਂ ਉਹਦੇ ਉੱਤੇ ਇੱਕ ਨੇ ਤਸੱਲੀ ਪ੍ਰਗਟ ਕੀਤੀ, ਔਰ ਜੇ ਕਿਤੇ ਲੋੜ ਪਵੇ ਫਿਰ ਅਸੀਂ ਕਰਾਂਗੇ। ਮੈਂ ਕਿਹਾ ਬਾਕੀ ਕੁਝ ਸਾਡੀਆਂ ਤਸਵੀਰਾਂ ਲੱਗਣ ਵਾਲੀਆਂ, ਜਿਹਦਾ ਕੁਲਦੀਪ ਸਿੰਘ ਬਟਾਲਾ ਦੀ ਤਸਵੀਰ ਹੈ ਉਹ ਪਾਸ ਕੀਤੀ। ਔਰ ਦੱਸੋ ਜੀ ਤੁਸੀਂ। ਬੀਬੀ ਜੀ ਤੁਹਾਨੂੰ ਬਾਕੀ ਬਾਹਰਲੇ ਸਿੱਖਾਂ ਦੀ ਜਿਹੜੇ ਹੈਗੇ ਆ ਚਿੰਤਾ ਕਰਨੀ ਚਾਹੀਦੀ ਆ, ਤੁਸੀਂ ਬਹੁਤ ਵਧੀਆ ਫੈਸਲਾ ਕੀਤਾ, ਪਰ ਇੱਧਰਲੇ ਸਿੱਖ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਜਿੱਥੇ ਵਜੂਦ ਆ ਸ਼੍ਰੋਮਣੀ ਕਮੇਟੀ ਦਾ, ਨਿਤ ਧਰਮ ਪਰਿਵਰਤਨ ਹੋ ਰਿਹਾ ਵਾ, ਕ੍ਰਿਸਚੀਅਨ ਧਰਮ ਦੇ ਵਿੱਚ ਜਾ ਰਹੇ, ਉਹਦੇ ਬਾਰੇ ਕੋਈ ਚਿੰਤਾ ਕੀਤੀ ਆਪਾਂ? ਉਹਦੇ ਬਾਰੇ ਦੱਸੋ ਜੀ। ਜਿਹੜਾ ਪਹਿਲਾਂ ਨੰਬਰ 1 ਤੇ ਜੀ ਮੇਰੇ ਕੋਲ ਕੋਈ ਲਿਸਟ ਨਹੀਂ ਆਈ ਕਿ ਜੇ ਕਿਸੇ ਨੇ ਸਿੱਖ ਨੇ ਧਰਮ ਪਰਿਵਰਤਨ ਕੀਤਾ ਹੋਵੇ ਸਿੱਖਾਂ ਨੇ। ਪਹਿਲਾਂ ਮੈਂ ਚਲੋ ਮੇਰੇ ਕਹਿਣ ਤੋਂ ਭਾਵ ਕਿ ਮੈਂ ਕਈਆਂ ਨੂੰ ਕਿਹਾ ਕਿ ਜੇ ਕਿਸੇ ਦੇ ਧਿਆਨ ਵਿੱਚ ਆਇਆ ਕੋਈ ਕਮੇਟੀ ਜੇ ਕਿਸੇ ਧਿਆਨ, ਦੇਖੋ ਮੇਰੀ ਸੁਣ, ਪਹਿਲਾਂ ਜਵਾਬ ਸੁਣਾ ਮੈਂ ਕਈਆਂ ਨੂੰ ਕਿਹਾ ਕਿ ਜੇ ਕਿਸੇ ਦੇ ਧਿਆਨ 'ਚ ਆਈ ਹੈ ਕੋਈ ਸਿੱਖਾਂ ਦੀ ਸਿੱਖ ਧਰਮ ਪਰਿਵਰਤਨ ਕਰਨ ਦੀ, ਤਾਂ ਉਹ ਲਿਸਟ ਜਿਹੜੀ ਹੈ ਕਿਰਪਾ ਕਰਕੇ ਦੱਸੀ ਜਾਵੇ ਤਾਂ ਜੋ ਸਾਨੂੰ ਪਤਾ ਲੱਗੇ। ਐਵੇਂ ਹੀ ਨਾ ਕਿ ਇੱਕ ਵਾਰੀ ਖਬਰ ਛਪ ਗਈ ਤੇ ਅਸੀਂ ਨਹੀਂ, ਤੁਹਾਡਾ ਕੋਈ ਸ਼੍ਰੋਮਣੀ ਕਮੇਟੀ ਦਾ ਫਰਜ਼ ਨਹੀਂ ਬਣਦਾ ਜੀ ਚੈੱਕ? ਮੈਂ ਤੇ ਕਰ ਰਹੀ ਹਾਂ ਜੀ, ਮੈਂ ਤੇ ਕਰ ਰਹੀ ਹਾਂ। ਪਹਿਲਾਂ ਮੇਰਾ ਸੁਣ ਜਾਂ ਮੇਰੀ ਸੁਣ ਲਓ ਤੁਹਾਡੀ। ਮੈਂ ਨਹੀਂ ਇਸ ਤੇ ਕਰ ਰਹੇ ਹਾਂ। ਮੈਂ ਕਿਹਾ ਅਸੀਂ ਉਹ ਵੀ ਗੱਲ ਸੁਣ ਲਓ ਵੀ ਜਿਹੜੇ ਕਹਿ ਰਹੇ, ਮੈਂ ਮੰਨਦੀ ਨਹੀਂ ਕਿ ਸਿੱਖ ਜਿਹੜੇ ਆ ਉਹ ਕਿਸੇ ਲਾਲਚ ਬਸ ਆ ਕੇ ਧਰਮ ਪਰਿਵਰਤਨ ਕਰਦੇ, ਮੈਂ ਤੇ ਮੰਨਦੀ ਨਹੀਂ ਇਸ ਗੱਲ। ਨੰਬਰ 1 ਨਹੀਂ, ਦਸਤਾਰਾਂ ਵਾਲੇ ਜਿਹੜੇ ਦਸਤਾਰਾਂ ਵਾਲੇ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਹੜੀ ਵੀਡੀਓ ਵਾਇਰਲ ਹੋਈ ਕੀ ਪਤਾ ਬੱਚੀਆਂ ਕਹਿੰਦੀਆਂ ਸਾਡੇ ਕੋਲ ਇੱਕ ਮਿੰਟ ਸੁਣ ਲਓ, ਸਾਡੇ ਕੋਲ ਕਈ ਨਿਹੰਗ ਬਾਣੇ ਵਿੱਚ ਆ ਕੇ ਉੱਥੇ ਗਲਤ ਕੰਮ ਕਰਦੇ, ਜਦੋਂ ਅਸੀਂ ਫੜਦੇ ਆ ਤੇ ਉਹਨਾਂ ਦੇ ਸਿਰਾਂ ਤੇ ਆਵਾਜ਼ ਹੀ ਨਹੀਂ ਹੁੰਦੇ। ਬਾਣਾ ਨਿਹੰਗ ਦਾ ਹੁੰਦਾ, ਏਜੰਸੀਆਂ ਵਿੱਚ ਮਾਰ ਦਿੰਦੇ ਆ ਗਲਤ ਬੰਦਿਆਂ ਨੂੰ। ਇਹ ਮੇਰੀ ਪਹਿਲਾਂ ਇਹਦੇ ਮੈਂ ਜਵਾਬ ਤੁਹਾਨੂੰ ਦੇ ਲਾਂ, ਫਿਰ ਜੇ ਤੁਹਾਨੂੰ ਨਾ ਸੰਤੁਸ਼ਟੀ ਉਹਦੀ ਕਰ ਲਿਓ ਗੱਲ। ਦੇਖੋ ਮੇਰੀ ਬੇਨਤੀ ਹੈ, ਅਸੀਂ ਲਗਾਤਾਰ 1.5 ਮਹੀਨੇ ਤੋਂ 2 ਮਹੀਨੇ ਸਾਡਾ ਘਰ ਕਰਨ ਦਾ ਧਰਮਸਾਲ ਚੱਲ ਰਿਹਾ ਔਰ ਡੋਰ ਟੂ ਡੋਰ ਸਾਡੇ ਪ੍ਰਚਾਰਕ ਜਿਹੜੇ ਆ ਘੁੰਮ ਰਹੇ ਆ, ਔਰ ਖਾਸ ਕਰਕੇ ਮਾਝੇ ਵਿੱਚ ਤਕਰੀਬਨ ਹਰ ਪਿੰਡ ਵਿੱਚ ਉਹ ਘੁੰਮ ਰਹੇ ਆ। ਕਿਤੇ ਵੀ ਕੋਈ ਇੱਕ ਸ਼ਿਕਾਇਤ ਨਹੀਂ ਆਈ ਕਿ ਸਾਡੇ ਪਿੰਡ ਦੇ ਸਿੱਖ ਨੇ ਧਰਮ ਪਰਿਵਰਤਨ ਕੀਤਾ। ਜਿਹੜੇ ਕਹਿੰਦੇ ਨੇ ਬਾਰਡਰ ਦੇ ਏਰੀਆ ਵਿੱਚ ਬੀਬੀ ਜੀ ਮੈਨੂੰ ਫੋਨ ਆਉਂਦੇ ਨੇ, ਚਲੋ ਜਿਹੜੇ ਹੋ ਸਕਦਾ ਕਿ ਸਿੱਖ ਨਾਲ ਦੂਜੇ ਵੀ ਕੋਈ ਕਰ ਸਕਦੇ ਆ। ਹੁਣ ਕਈ ਥਾਵਾਂ ਦੇ ਉੱਤੇ ਦੇਖਦੇ ਆ ਕੋਈ ਹੋਰ ਵੀ ਹੋ ਸਕਦੇ ਆ। ਤੁਸੀਂ ਕੋਈ ਪਲੇਟਫਾਰਮ ਇਹਦਾ ਦਾ ਬਣਾਓਗੇ ਤੁਸੀਂ ਕਿ ਤੁਹਾਡੀ ਅਗਰ ਕੋਈ ਸ਼ਿਕਾਇਤ ਆਉਂਦੀ ਹੈ, ਕੋਈ ਕਮੇਟੀ ਕੋਈ ਦੀ ਸ਼ਿਕਾਇਤ ਕਰਨੀ ਹੋਵੇ ਕਿਹਨੂੰ ਕਰੇ? ਮਤਲਬ ਘੱਟੋ ਘੱਟ ਨਹੀਂ ਤੁਸੀਂ ਕਰੋ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਰ ਦਿਓ, ਕੋਈ ਸਾਡੇ ਕੋਲ ਕਰ ਦਿਓ, ਪ੍ਰਧਾਨ ਨੂੰ ਕਰ ਦਿਓ, ਪਲੇਟਫਾਰਮ ਤੇ ਬਣਿਆ ਹੋਇਆ। ਸੈਕੰਡਲੀ ਇੱਕ ਮਿੰਟ ਸੁਣੋ, ਘਰ ਅੰਦਰ ਧਰਮਸਾਲ ਲਹਿਰ ਜਿਹੜੀ ਚਲਾਈ, ਇਹਦਾ ਮਕਸਦ ਇਹੀ ਹੈ ਕਿ ਅਸੀਂ ਦੇਖੀਏ ਪਿੰਡਾਂ ਜਾ ਕੇ ਕੋਈ ਐਸੀ ਗੱਲ ਹੈ ਜਿਹੜਾ ਇਹ ਮਕਸਦ ਔਰ ਹੈ ਘਰ ਅੰਦਰ ਧਰਮਸ਼ਾਲਾ ਇਹ ਕੀ ਸਿਖਾਣਾ ਆਪਾਂ? ਇਹ ਪੂਰਾ ਜੀ ਸਿੱਖ ਰਹਿਤ ਮਰਿਆਦਾ ਪੂਰੀਆਂ 18 ਅਸੀਂ 17 ਜਿਹੜੀਆਂ ਨੇ ਉਹ ਅਸੀਂ ਦੇ ਰਹੇ ਹਾਂ ਉਹਨਾਂ ਨੂੰ ਪੈਂਫਲੇਟ, ਜਿਨ੍ਹਾਂ ਦੇ ਵਿੱਚ ਜਿਹੜੇ ਸ਼ਾਰਟ ਸਿੱਖ ਇਤਿਹਾਸ, ਗੁਰੂ ਇਤਿਹਾਸ ਜਿਹਨਾਂ 'ਚ ਲਿਖਿਆ ਹੋਇਆ, ਔਰ ਸਿੱਖ ਸਿਧਾਂਤ ਸਿੱਖ ਰਹਿਤ ਮਰਿਆਦਾ ਜਪਜੀ ਸਾਹਿਬ ਦੇ ਪੂਰਾ ਵਿਸਤਾਰ ਦੇ ਨਾਲ ਜਿਹੜਾ ਅਰਥਾਂ ਸਮੇਤ ਕੀ ਕਹਿੰਦਾ, ਜਿਸ ਤਰ੍ਹਾਂ ਸੰਥਿਆ ਬਹੁਤ ਜ਼ਿਆਦਾ ਸੰਥਿਆ। ਇੱਕ ਮਿੰਟ ਮੇਰੀ ਗੱਲ ਪੂਰੀ ਕਰ ਲੈਂਦਿਆ ਕਰੋ ਤੁਸੀਂ ਨਾ, ਸਿਆਸੀ ਲੋਕਾਂ ਨੂੰ ਕਾਲੇ ਨਾ ਪਾਓ, ਮੈਂ ਆਰਾਮ ਨਾਲ ਤੁਹਾਨੂੰ ਸਮਝਾਵਾਂਗੀ। ਸੰਥਿਆ ਦਿੱਤੀ ਜਾ ਰਹੀ ਹੈ, ਤੁਸੀਂ ਹੈਰਾਨ ਹੋਵੋਗੇ। ਜਿੱਥੇ 7 ਦਿਨ ਲਾ ਕੇ ਜਾਂਦੇ ਨਾ, ਫਿਰ ਉਹ ਗ੍ਰੰਥੀ ਜਿਹੜਾ ਹੁੰਦਾ ਉਹਦੀ ਡਿਊਟੀ ਲਾ ਕੇ ਜਾਂਦੇ ਆ। ਉਹ ਪਿੰਡਾਂ ਵਾਲੇ ਕਹਿੰਦੇ ਜੀ 7 ਦਿਨ ਹੋਰ ਲਾਓ। ਨਿੱਕੇ ਨਿੱਕੇ ਬੱਚੇ ਛੱਡ ਕੇ ਬੀਬੀਆਂ ਬਜ਼ੁਰਗ ਆਪ ਆਗੇ ਵਿੱਚ ਬੈਠਦੇ ਆ। ਉਹ ਕਹਿੰਦੇ ਜੀ ਸਾਨੂੰ ਬਹੁਤ ਫਾਇਦਾ ਹੋ ਰਿਹਾ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੰਨਾ ਸੋਹਣਾ ਅਰਥ ਸਮਝਾ ਕੇ ਉਹਦਾ ਪੂਰਾ ਜਪਜੀ ਸਾਹਿਬ ਦਾ ਜਿਹੜਾ
ਉਹ ਸਾਨੂੰ ਸੰਥਿਆ ਕਰਾਈ ਜਾ ਰਹੀ ਹੈ। ਔਰ ਮੈਂ ਸਮਝਦੀ ਹਾਂ ਕਿ ਜੇ ਇਸ ਤਰ੍ਹਾਂ ਚੱਲ ਪਈ ਲਹਿਰ, ਕੱਲ੍ਹ ਨੂੰ ਫਿਰ ਅੰਮ੍ਰਿਤ ਸੰਚਾਰ ਪੂਰੇ 10 ਮਹੀਨੇ ਦੇ ਵਿੱਚ 51,000 ਵਿਅਕਤੀ ਨੇ ਅੰਮ੍ਰਿਤਪਾਨ ਕੀਤਾ। ਔਰ ਪੂਰਾ ਡਾਟਾ ਸਾਡੇ ਕੋਲ, ਇਹ ਨਹੀਂ ਕਿ ਕੋਈ ਕਹਿ ਦਈਏ ਅਸੀਂ 2 ਲੱਖ ਨੂੰ ਛਕਾਤਾ। ਹੁਣ ਅਸੀਂ ਸ੍ਰੀ ਦਰਬਾਰ ਸਾਹਿਬ ਉਦੋਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਲਹਿਰ ਚਲਾਈ ਹੈ ਵੀ ਅਸੀਂ ਪੂਰਾ ਇਹ ਮਹੀਨਾ ਜਿਹੜੀ ਹੈ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ, ਜਿਹੜੀ ਪਹਿਲਾਂ ਵੀ ਚੱਲਦੀ ਹੈ ਤਾਂ ਲਗਾਤਾਰ ਵੱਡੇ ਲੈਵਲ ਤੇ ਸਿੰਘ ਸਾਹਿਬਾਨਾਂ ਨੇ ਆਪ ਅੰਮ੍ਰਿਤ ਸੰਚਾਰ ਉੱਥੇ ਕਰਾਇਆ, ਅੰਮ੍ਰਿਤਪਾਨ ਕਰਾਇਆ। 1000 ਤੋਂ ਵੱਧ ਵਿਅਕਤੀਆਂ ਨੇ ਉਸ ਦਿਨ ਅੰਮ੍ਰਿਤਪਾਨ ਕੀਤਾ। ਕੱਲ੍ਹ ਨੂੰ ਸ੍ਰੀ ਅਨੰਦਪੁਰ ਸਾਹਿਬ 'ਚ, ਫਿਰ ਤਖਤ ਸ੍ਰੀ ਦਮਦਮਾ ਸਾਹਿਬ 'ਚ, ਫਿਰ ਇੱਥੇ ਸਮਾਣਾ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਦਾ ਉੱਥੇ ਹੈ। ਸਾਡੇ ਪ੍ਰਚਾਰਕ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਲਿਸਟਾਂ ਬਣਾ ਰਹੇ ਹੈ, ਭਾਈ ਆਓ ਗੁਰੂ ਪਿਆਰਿਓ ਗੁਰੂ ਦੇ ਲੜ ਲੱਗੋ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜੇ ਕਿਸੇ ਇੱਕ ਵੀ ਘਰ 'ਚੋਂ, ਉਹ ਕਹਿੰਦੇ ਸਾਨੂੰ ਅਜੇ ਤੱਕ ਬੀਬੀ ਜੀ ਕਿਸੇ ਨੇ ਨਹੀਂ ਕਿਹਾ ਵੀ ਸਾਡੇ ਪਰਿਵਾਰ 'ਚੋਂ, ਸਾਡੇ ਗੁਆਂਢੀ ਸਾਡਾ ਇਹ ਧਰਮ ਪਰਿਵਰਤਨ ਕਰ ਗਿਆ। ਦੇਖੋ ਕਈ ਵਾਰੀ ਅਸੀਂ ਦੇਖਦੇ ਹਾਂ ਐਸੀ ਪਰਿਵਾਰ ਜਿਹੜੇ ਹੈ, ਬਾਲਮੀਕ ਬਰਾਦਰੀ ਹੈ ਮੰਨ ਲਓ, ਉਹ ਜਦੋਂ ਕ੍ਰਿਸਚੀਅਨ ਦੇ ਪ੍ਰੋਗਰਾਮ ਹੁੰਦਾ ਉੱਥੇ ਹੀ ਬੈਠ ਜਾਂਦੇ ਜਾ ਕੇ, ਉੱਥੇ ਜਾ ਕੇ ਉਹਨਾਂ 'ਚ ਸਾਰਿਆਂ ਦੀ, ਅਸੀਂ ਵੀ ਉਹਨਾਂ ਦੇ ਲੋਕਾਂ ਦੇ ਘਰਾਂ 'ਚ ਜਾਂਦੇ ਹਾਂ ਪ੍ਰੋਗਰਾਮਾਂ ਦੇ ਵਿੱਚ, ਕਿਸੇ ਵੇਲੇ ਜਾਂਦੇ ਹੀ ਲੋਕ ਸਾਰੇ ਇੱਕ ਦੂਜੇ ਦੇ ਨਾਲ। ਇਹ ਨਹੀਂ ਮਤਲਬ ਹੁੰਦਾ ਕਿ ਜੇ ਕਿਸੇ ਪ੍ਰੋਗਰਾਮ 'ਚ ਚਲੇ ਗਏ ਤਾਂ ਧਰਮ ਪਰਿਵਰਤਨ ਹੋ ਗਿਆ। ਬਹਿੰਦੇ ਸਾਰੇ, ਹੁਣ ਸਿੱਖ ਧਰਮ ਵਾਲੇ ਹਿੰਦੂ ਧਰਮ 'ਚ ਵੀ ਜਾਂਦੇ ਆ ਇੱਕ ਦੂਜੇ ਦੇ, ਹਿੰਦੂ ਧਰਮ ਵਾਲੇ ਸਿੱਖ ਧਰਮ 'ਚ ਜਾਂਦੇ ਆ। ਇਹ ਨਹੀਂ ਕਹਿ ਸਕਦੇ ਕਿ ਉਹ ਧਰਮ ਪਰਿਵਰਤਨ ਹੋ ਗਿਆ। ਇਹ ਸਾਡੇ ਸਮਾਜੀ ਇੱਕ ਦੂਜੇ ਨਾਲ ਸਾਂਝ ਹੈ, ਇੱਕ ਦੂਜੇ ਨਾਲ ਧਰਮ ਦੀ ਸਤਿਕਾਰ ਹੈ, ਭਾਈਚਾਰਕ ਸਾਂਝ ਵੀ ਹੈ, ਧਾਰਮਿਕ ਤੌਰ ਤੇ ਅਸੀਂ ਸਨਮਾਨ ਵੀ ਕਰਦੇ ਹਾਂ, ਇੱਕ ਦੂਜੇ ਦੇ ਧਰਮਾਂ ਦਾ ਸਤਿਕਾਰ ਵੀ ਕਰਦੇ ਹਾਂ। ਵਿਆਹਾਂ ਵਿੱਚ ਜਾਣਾ, ਸ਼ਾਮਲ ਹੋਣਾ ਪ੍ਰੋਗਰਾਮਾਂ ਦੇ ਵਿੱਚ ਹੋਰ ਗੱਲ ਹੁੰਦੀ ਹੈ, ਲੇਕਿਨ ਉਸ ਮਰਿਆਦਾ ਨੂੰ ਮੰਨਣਾ ਤੇ ਉਸ ਧਰਮ ਨੂੰ ਮੰਨਣਾ ਉਹ ਦੂਜੀ ਗੱਲ ਹੁੰਦੀ ਹੈ। ਸਮਾਜਿਕ ਸੋ ਇਸ ਕਰਕੇ ਬੀਬੀ ਤੁਸੀਂ ਗੱਲ ਕੀਤੀ ਕਿ ਇਹ ਤੁਹਾਡੇ ਕੋਲ ਕੋਈ ਲਿਸਟ ਨਹੀਂ ਆਈ ਅਜੇ ਤੱਕ ਧਰਮ ਪਰਿਵਰਤਨ ਦੀ। ਹੋ ਸਕਦਾ ਤੁਹਾਡੇ ਕੋਲ ਇਹ ਵੀ ਜਾਣਕਾਰੀ ਨਾ ਆਈ ਹੋਵੇ ਕਿ ਪੰਜਾਬ 'ਚ ਗੁਰਮੁਖੀ ਨੂੰ ਮਾਰਿਆ ਜਾ ਰਿਹਾ ਪਹਿਲਾਂ ਸੀਬੀਐਸਈ ਇਹ ਤਾਂ ਜੀ ਅਸੀਂ ਜੀ ਬਿਲਕੁਲ ਇਹ ਤਾਂ ਬਾਰ-ਬਾਰ ਨਿੰਦਾ ਵੀ ਕਰਦੇ ਹਾਂ। ਸਵਾਲ ਪੂਰਾ ਦਿਓ ਜੀ। ਸੀਬੀਐਸਈ ਵਾਲੇ ਤੁਹਾਡਾ ਬਿਆਨ ਵੀ ਆਇਆ ਸੀ ਤੇ ਉਸ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ, ਉਹਦੇ ਪੰਜਾਬ 'ਚ ਕਾਲਜ 90 ਤੋਂ ਵੱਧ ਨੇ ਤੇ ਉਹਨਾਂ 'ਚ ਵੀ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਤੋਂ ਬਾਹਰ ਕਰ ਦਿੱਤਾ ਗਿਆ। ਪੰਜਾਬੀ ਨੂੰ ਕੀ ਸਿਰਫ ਜਥੇਬੰਦੀ ਦਾ ਕੰਮ ਸਿਰਫ ਬਿਆਨ ਦੇਣੀ ਹੈ ਜਾਂ ਤੁਹਾਨੂੰ ਪਹਿਰਾ ਦੇਣਾ ਵੀ ਹੈ? ਦੇਖੋ ਜਥੇਬੰਦੀ ਪੈਰਾ ਵੀ ਦਿੰਦੀ ਹੈ, ਆਪਣੇ ਕਾਲਜਾਂ ਸਕੂਲਾਂ ਦੇ ਵਿੱਚ ਪੂਰੀ ਪ੍ਰਬੰਧਤਾ ਨਾਲ ਚੱਲਦੀ ਹੈ। ਔਰ ਮੈਂ ਸਮਝਦੀ ਹਾਂ ਕਿ ਜਿੰਨੀ ਘੋਰ ਨਿੰਦਾ ਕੀਤੀ ਜਾਵੇ ਜ਼ਰੂਰੀ ਹੈ। ਅਸੀਂ ਪ੍ਰਧਾਨ ਮੰਤਰੀ ਤੱਕ ਚਿੱਠੀਆਂ ਲਿਖਦੇ ਹਾਂ, ਅਸੀਂ ਸੀਐਮ ਤੱਕ ਚਿੱਠੀਆਂ ਲਿਖਦੇ ਹਾਂ। ਇਹਦੇ ਵਿੱਚ ਦੇਖੋ ਅਸੀਂ ਤੇ ਕਾਰਵਾਈ ਵਾਸਤੇ ਮਜਬੂਰ ਕਰ ਸਕਦੇ ਉਹਨਾਂ ਨੂੰ ਕਿ ਜਿੰਨੀ ਜਦੋਜਹਿਦ ਕੀਤੀ ਜਾ ਸਕੇ ਉਹ ਕਰੀਏ, ਅਸੀਂ ਕਰ ਰਹੇ ਹਾਂ। ਇਹਦੇ ਵਾਸਤੇ ਤੁਹਾਨੂੰ ਨਾ ਇੱਕ ਬਹੁਤ ਸੀਰੀਅਸ ਮੈਟਰ ਹੈ, ਇਹਦੇ ਉੱਪਰ ਵਾਕਈ ਹੀ ਇੱਕ ਤੁਹਾਨੂੰ ਤੋਂ ਬੋਰਡ ਸੰਸਥਾ ਹੈਗੀ ਹੈ, ਕੋਈ ਨਾ ਕੋਈ ਐਕਸ਼ਨ ਲੈ ਕੇ ਕੁਝ ਪ੍ਰੋਟੈਸਟ ਕੁਝ ਇਦਾਂ ਕਰੋ, ਉਹਨਾਂ ਨੂੰ ਹਿਲਾਣੇ ਬਹੁਤ ਜ਼ਰੂਰੀ ਹੈ ਕਿਉਂਕਿ ਬੀਜੇਪੀ ਜਲਦੀ ਗੱਲ ਸੁਣਨ ਵਾਲਾ ਨਹੀਂ ਹੈ। ਅਸੀਂ ਸਿਧਾਂਤਿਕ ਤੌਰ ਦੇ ਉੱਤੇ ਲੜਾਈ ਲੜਦੇ ਹਾਂ ਜੀ। ਸਿਧਾਂਤਿਕ ਤੌਰ ਦੇ ਉੱਤੇ ਅਸੀਂ ਜਾ ਕੇ ਸੜਕਾਂ ਦੇ ਉੱਤੇ ਮੁਰਦਾਬਾਦ ਕਰਨੀ ਸਾਡਾ ਕੰਮ ਨਹੀਂ ਹੈ। ਅਸੀਂ ਸਿਧਾਂਤਿਕ ਤੌਰ ਤੇ ਲੜਾਈ ਲੜਦੇ ਹਾਂ। ਚੰਡੀਗੜ੍ਹ ਪ੍ਰਸ਼ਾਸਨ ਜਿਹੜੀ ਪੰਜਾਬ ਦੀ ਰਾਜਧਾਨੀ ਹੈ, 1 ਨਵੰਬਰ 1966 55 ਸਾਲ ਹੋ ਗਏ ਪੰਜਾਬੀਆਂ ਦੀ ਰਾਜਧਾਨੀ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ। ਤੁਸੀਂ ਪਹਿਲਾਂ ਵੀ ਪ੍ਰਧਾਨ ਰਹੇ ਤੇ ਪਹਿਲਾਂ ਵੀ ਕਈ ਕਮੇਟੀ ਦੇ ਪ੍ਰਧਾਨ ਰਹੇ। ਦੱਸਿਆ ਜਾਵੇ ਵੀ ਚੰਡੀਗੜ੍ਹ ਆ ਕੇ ਕਿੰਨੀ ਵਾਰੀ ਤੁਸੀਂ ਆ ਕੇ ਹੋਕਾ ਦਿੱਤਾ ਵੀ ਇਹ ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ। ਚੰਡੀਗੜ੍ਹ ਤੇ ਪੰਜਾਬੀ ਅਸੀਂ ਹਮੇਸ਼ਾ ਹੀ ਕਹਿੰਦੇ ਕੋਈ ਇੱਥੇ ਆ ਕੇ ਜ਼ਰੂਰੀ ਨਹੀਂ, ਜਿੱਥੇ ਮੈਂ ਬੈਠਦੀ ਉੱਥੇ ਹਮੇਸ਼ਾ ਹੀ ਕਹਿੰਦੇ। ਦੇਖੋ ਅਸੀਂ ਪਤਾ ਵੀ ਪਾਉਂਦੇ ਹਾਂ, ਅਸੀਂ ਨਿੰਦਾ ਵੀ ਕਰਦੇ ਹਾਂ, ਹਾਊਸ ਵਿੱਚ ਵੀ ਪਾਸ ਕਰਦੇ ਹਾਂ। ਦੇਖੋ ਕੱਲਾ ਚੰਡੀਗੜ੍ਹ ਚ ਆ ਕੇ ਹੋਕਾ ਦੇਣਾ ਵੱਡੀ ਗੱਲ ਨਹੀਂ। ਹੋਕਾ ਤੇ ਮੈਂ ਹੁਣ ਇੱਥੇ ਬੈਠੀ ਤੇ ਕੀ ਮੈਂ ਅੰਮ੍ਰਿਤਸਰ ਸਾਹਿਬ ਦਾ ਹੋਕਾ ਨਹੀਂ ਦਿੰਦੀ? ਇਹ ਤਾਂ ਮਤਿਆਂ ਦੇ ਹੋਕੇ ਦੇਣੇ ਹੁੰਦੇ ਆ। ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਮਿਲਿਆ ਨਹੀਂ ਜਾ ਸਕਦਾ? ਤੁਸੀਂ ਟਾਈਮ ਲਓ ਜੀ। ਕਿਹਾ ਜਾ ਸਕਦਾ ਜੀ, 3 ਅਸੀਂ ਚਿੱਠੀਆਂ ਪਾਈਆਂ ਨੇ, ਅਜੇ ਤੱਕ ਸਾਨੂੰ ਟਾਈਮ ਨਹੀਂ ਮਿਲਦਾ ਕਿਉਂਕਿ ਕੁਝ ਦੇ ਕੋਵਿਡ ਦੇ ਬਹਾਨੇ ਸੀਗੇ ਜੀ। ਪਹਿਲਾਂ ਇਹ ਕੋਵਿਡ ਦੇ ਬਹਾਨੇ ਆ ਗਏ, ਫਿਰ ਕਿਸਾਨ ਸੰਘਰਸ਼ ਦਾ ਸ਼ੁਰੂ ਹੋ ਗਿਆ। ਇਹ ਵਿੱਚ ਜਿਹੜਾ ਪੂਰਾ ਸਾਲ ਹੈ ਜਿੰਨਾ ਅਸੀਂ ਮੁਸੀਬਤਾਂ ਨਾਲ ਲੜੇ ਆ, ਸਾਨੂੰ ਪਤਾ ਹੈ। ਕਿਸਾਨ ਅੰਦੋਲਨ ਦੇ ਸਾਲ ਤੋਂ ਬਾਅਦ 1 ਨਵੰਬਰ 1966 ਤੋਂ ਕਹਿ ਰਿਹਾ 55 ਮੈਂ ਤੇ ਆਪਣੇ ਪੀਰੀਅਡ ਦੀ ਗੱਲ ਕਰ ਰਹੀ ਹਾਂ ਵੀ ਅਸੀਂ ਜਿੰਨੀਆਂ ਚਿੱਠੀਆਂ ਲਿਖੀਆਂ ਮਿਲਣ ਵਾਸਤੇ ਪ੍ਰਧਾਨ ਮੰਤਰੀ ਨੂੰ ਜਾਂ ਅਸੀਂ ਹੋਮ ਮਿਨਿਸਟਰ ਨੂੰ, ਇਹ ਕੋਵਿਡ ਕਰਕੇ ਕਿਸੇ ਨੇ ਟਾਈਮ ਨਹੀਂ ਦਿੱਤਾ, ਨਾ ਉੱਥੇ ਕੋਈ ਜਾ ਹੋਇਆ। ਸੋ ਇਹ ਬੜਾ ਮੁਸੀਬਤਾਂ ਦਾ ਨਿਕਲਿਆ, ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਕਾਮਯਾਬ ਸਮਝਦੇ। ਬੀਬੀ ਜੀ ਧਰਮ ਪ੍ਰਚਾਰ ਦੀ ਗੱਲ ਕਰਦੇ ਆ, ਤੁਸੀਂ ਪ੍ਰਚਾਰ ਦੀ ਗੱਲ ਕੀਤੀ ਆ। ਜਿਵੇਂ ਔਰਤ ਦਾ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਸਥਾਨ ਆ, ਜਗ ਜਨਨੀ ਔਰਤ ਨੂੰ ਕਿਹਾ ਗੁਰੂ ਸਾਹਿਬ ਨੇ, ਤੇ ਪਰ ਜਿਹੜਾ ਹੈਗਾ ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਤੁਸੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਤਾਂ ਹੈਗੇ ਹੋ ਇੱਕ ਔਰਤ, ਪਰ ਦੂਜੇ ਜਿਹੜੀ ਪ੍ਰਚਾਰਕ ਔਰਤਾਂ ਨੂੰ ਅੱਗੇ ਲਿਆਉਂਗੇ ਕਿਉਂਕਿ ਔਰਤਾਂ ਜਿਹੜੀਆਂ ਔਰਤਾਂ ਹੀ ਬੱਚੇ ਨੂੰ ਪੇਨ ਦੇ ਕੇ ਸਿੱਖ ਬਣਾ ਸਕਦੀਆਂ। ਸਾਡੀਆਂ ਆਲਰੇਡੀ ਪ੍ਰਚਾਰਕ ਬੀਬੀਆਂ ਕੰਮ ਕਰ ਰਹੀਆਂ ਜੀ। ਅਸੀਂ ਸਿੱਖ ਮਿਸ਼ਨਰੀ ਕਾਲਜ ਜਿਹੜਾ ਲੜਕੀਆਂ ਲਈ ਵੱਖਰਾ ਖੋਲ੍ਹ ਰਹੇ ਤਰਨਤਾਰਨ ਵਿੱਚ, ਜਿੱਥੇ ਅਸੀਂ ਲੜਕੀਆਂ ਨੂੰ ਫਰੀ ਪੜ੍ਹਾਉਣ ਵਾਸਤੇ ਖੋਲ੍ਹ ਰਹੇ ਕਲਾਸਾਂ ਖੋਲ੍ਹ ਰਹੇ ਹਾਂ। ਉੱਥੇ ਅਸੀਂ ਸਿੱਖ ਮਿਸ਼ਨਰੀ ਕਾਲਜ ਜਿਹੜਾ ਲੜਕੀਆਂ ਵਾਸਤੇ
ਆ ਥੋੜੇ ਦਿਨਾਂ ਵਿੱਚ ਹੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਿ ਇਹਨਾਂ ਨੂੰ ਵੱਖਰਾ ਜਿਹੜਾ ਕਾਲਜ ਖੋਲ੍ਹ ਕੇ ਦਿੱਤਾ। ਆਲਰੇਡੀ ਸਾਡਾ ਬੇਬੇ ਨਾਨਕੀ ਵੀ ਮਿਸ਼ਨਰੀ ਕਾਲਜ ਚੱਲ ਰਿਹਾ, ਇੱਧਰ ਵੀ ਚੱਲ ਰਿਹਾ। ਅਸੀਂ ਬੀਬੀਆਂ ਤਿਆਰ ਕਰ ਰਹੇ ਹਾਂ, ਪ੍ਰਚਾਰਕ ਵੀ, ਸੰਗੀਤ ਵਾਸਤੇ ਵੀ, ਢਾਡੀ ਵੀ, ਕਵੀਸ਼ਰ ਵੀ, ਸਾਰੇ ਤਿਆਰ ਕਰ ਰਹੇ ਹਾਂ। ਕੋਈ ਐਸੀ ਗੱਲ ਨਹੀਂ ਹੈ, ਪਰ ਉਹ ਪਰਪੱਕ ਹੋ ਕੇ ਨਿਕਲ ਗਿਆ ਫਿਰ ਬਾਅਦ 'ਚ। ਹਾਂਜੀ, ਮੇਰੇ ਦੋ ਕੁਐਸਚਨ ਜੀ। ਇੱਕ ਤਾਂ ਤੁਹਾਡੇ ਫਿਊਚਰ ਨਾਲ ਸੰਬੰਧਿਤ ਹੈ, ਤੁਸੀਂ ਸ਼੍ਰੋਮਣੀ ਕਮੇਟੀ ਦੀ ਜਿਸ ਨੂੰ ਪਾਰਲੀਮੈਂਟ ਕਿਹਾ ਜਾਂਦਾ ਉਹਦੇ ਪ੍ਰਧਾਨ ਕੀ ਕੋਈ ਐਸੀ ਪੋਸੀਬਿਲਿਟੀ ਨਹੀਂ ਹੈ ਕਿ ਬੀਬੀ ਜਗੀਰ ਕੌਰ ਭਲਾ ਚਾਹੁੰਦੇ ਤੋਂ ਪੰਜਾਬ ਵਿਧਾਨ ਸਭਾ ਨੂੰ ਚੋਣ ਲੈਣ? ਨੰਬਰ 2, ਤੁਸੀਂ ਜਿਹੜੇ ਸਿੰਘ ਸਾਹਿਬਾਨ ਨੇ ਇਹਨਾਂ ਸਾਰਿਆਂ ਨੂੰ ਜਮ੍ਹਾਂ ਕਰਨਾ, ਜਿਹੜਾ ਖਾਸ ਸ਼ਬਦ ਨਹੀਂ ਯੂਜ਼ ਕਰਾਂਗੇ ਉਹਨਾਂ ਨੂੰ ਇਹ ਦੱਸ ਦਿਓ ਕਿ ਸਪੈਲਿੰਗ ਦੇ ਸ਼ਬਦ ਜੋ ਜਿਹੜੇ ਨੇ ਉਹ ਠੀਕ ਬੋਲਣ। ਫਾਰ ਐਗਜ਼ਾਮਪਲ ਸਾਹਿਬਾਨਾ, ਸਿੰਘ ਸਾਹਿਬਾਨਾ ਕੋਈ ਸ਼ਬਦ ਨਹੀਂ, ਸਿੰਘ ਸਾਹਿਬਾਨ, ਜਜ਼ਬਾਤਾ ਕੋਈ ਸ਼ਬਦ ਨਹੀਂ, ਜਜ਼ਬਾਤ। ਇਸ ਹਿਸਾਬ ਦੇ ਨਾਲ ਇਹ ਐਕਚੁਅਲੀ ਸ਼ਬਦ ਜੋੜ ਜਿਹੜੇ ਨੇ ਐਕਚੁਅਲੀ ਸਿੰਘ ਸਾਹਿਬਾਨ ਤੋਂ ਠੀਕ ਕਰਨ ਜੋ ਇਹ ਮੇਰੇ ਦੋ ਕੁਸ਼ਤੀ। ਮੈਂ ਤੇ ਧਿਆਨ ਰੱਖਾਂਗੇ ਕਿਉਂਕਿ ਮੈਂ ਨਾ ਕਵਾਂ ਜਿਹੜਾ ਸ਼ਬਦ ਗਲਤ ਹੈ ਉਹ ਮੈਨੂੰ ਨਹੀਂ ਬੋਲਣਾ ਚਾਹੀਦਾ। ਮੈਂ ਬੀਬੀ ਤਾਂ ਜੀ, ਧਿਆਨ ਰੱਖੂਗੀ। ਬੀਬੀ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਕਟਿੰਗ ਹੀ ਚੱਲੇ ਆ ਰਹੇ ਆ, ਉਹਨਾਂ ਨੂੰ ਪੂਰੇ ਮੈਨੂੰ ਇਹਨਾਂ ਦਾ ਜਵਾਬ ਦੇਣਾ। ਦੇਖੋ, ਸਿੱਖ ਧਰਮ ਦੇ ਵਿੱਚ ਮੇਰੀ ਪੀਰ ਦਾ ਸਿਧਾਂਤ ਹੈ, ਜਦੋਂ ਵੀ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਪ੍ਰਧਾਨ ਰਿਹਾ, 14 ਸਾਲ ਸਨ MP ਵੀ ਲੜਦੇ ਸੀ, ਰਾਜ ਸਭਾ ਵੀ ਲੜਦੇ ਸੀ। ਮੈਂ ਪਿਛਲੀ ਵਾਰੀ ਬਣੀ, ਮੈਂ MLA ਵੀ ਸੀ ਤੇ ਪ੍ਰਧਾਨ ਵੀ ਬਣੀ। ਇਸ ਕਰਕੇ ਜੇ ਪਾਰਟੀ ਹੁਕਮ ਕਰੇਗੀ ਤੇ ਚੋਣ ਵੀ ਜ਼ਰੂਰ ਲੜਾਂਗੇ। ਮੇਰਾ ਹਲਕਾ ਹੈ ਜੀ, ਘਰ ਵਾਲੀ ਹੈ ਮੈਂ। ਬੀਬੀ ਜੀ ਇੱਕ ਉਹ ਜਵਾਬ ਰਹਿ ਗਿਆ ਜੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਕਟਿੰਗ ਹੀ ਚੱਲੇ ਆ ਰਿਹਾ, ਉਹਨੂੰ ਪੂਰੇ ਅਧਿਕਾਰ ਜਿਹੜੇ ਹੈਗੇ ਆ, ਉਹਨੂੰ ਪੂਰੇ ਅਧਿਕਾਰ ਹੈ ਜੀ, ਸਾਰੇ ਵਰਤ ਰਹੇ। ਕਦੋਂ ਲਾ ਰਹੇ ਉਹਨਾਂ ਨੂੰ? ਉਹ ਸਾਰੇ ਵਰਤ ਰਹੇ ਅਧਿਕਾਰ, ਅਸੀਂ ਕੋਈ ਨਾ ਕੋਈ ਖੋਏ ਥੋੜੋ। ਜਿਵੇਂ ਤੁਸੀਂ ਕਿਹਾ ਵੀ ਧਰਮ ਦੇ ਕੋਈ ਪਰਿਵਰਤਨ ਨਹੀਂ ਹੋ ਰਿਹਾ, ਤੁਹਾਡੇ ਮੁਤਾਬਿਕ ਸਿੱਖ ਧਰਮ ਦੇ ਉੱਪਰ ਕੋਈ ਹਮਲੇ ਦੀ, ਕੋਈ ਟੈਨਸ਼ਨ ਦੀ ਕੋਈ ਗੱਲ ਨਹੀਂ। ਧਰਮ ਪਰਿਵਰਤਨ ਦੀ ਗੱਲ ਹੋਰ ਹੈ, ਜਿਹੜਾ ਜਬਰੀ ਕੋਈ ਧਰਮ ਪਰਿਵਰਤਨ ਕਰਾ ਦੇ। ਇੱਕ ਮਿੰਟ ਬੇਨਤੀ ਸੁਣੋ, ਧਰਮ ਪਰਿਵਰਤਨ ਦਾ ਮਤਲਬ ਹੈ ਕਿ ਕੋਈ ਜਬਰੀ ਧਰਮ ਪਰਿਵਰਤਨ ਕਰਾ ਰਿਹਾ ਹੋਵੇ। ਲਾਲਚ ਦੇ ਕੇ ਵੀ ਹੋ ਰਿਹਾ ਜੀ। ਮੈਂ ਸੱਚੀ ਗੱਲ ਦੱਸਾਂ ਜੀ, ਉਹ ਸਿੱਖ ਹੀ ਨਹੀਂ ਮੈਂ ਸਮਝਦੀ ਜਿਹੜੀ ਲਾਲਚ ਵਸ ਆ ਕੇ ਤੇ ਧਰਮ ਪਰਿਵਰਤਨ ਕਰੇ, ਉਹ ਸਿੱਖ ਹੀ ਨਹੀਂ। ਬੀਬੀ ਜੀ ਆਰਐਸਐਸ ਜਿਹੜਾ ਹੈ, ਇੱਕ ਮਿੰਟ ਜੀ, ਇਹ ਬੜਾ ਸੀਰੀਅਸ ਮੈਟਰ। ਇੱਕ ਮਿੰਟ ਆਪਣਾ ਕੋਈ ਉਧਰੋਂ ਬੋਲਿਆ ਕਰੋ, ਕੋਈ ਇੱਕ ਜਣਾ ਬੋਲੋ ਨਾ। ਬੀਬੀ ਜੀ ਆਰਐਸਐਸ ਜਿਹੜੀ ਹੈ, ਪਿੰਡੂ ਇੱਕ ਮਿੰਟ, ਅਗਲਾ ਜਿਹੜੇ 44 ਪ੍ਰਧਾਨ ਹੈ ਉਹ ਵੀ ਐਸਸੀ ਬਰਾਦਰੀ ਚ ਹੋਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਿੱਖ ਧਰਮ ਦੀ ਉਹ ਸੰਸਥਾ, ਪਿੱਛੇ ਨਾ ਬੋਲਿਆ ਕਰੋ, ਸਿੱਖ ਧਰਮ ਦੀ ਉਹ ਸੰਸਥਾ ਹੈ ਜਿੱਥੇ ਕੋਈ ਜਾਤ ਬਰਾਦਰੀ ਦੀ ਗੱਲ ਹੀ ਨਹੀਂ। ਕੋਈ ਰਾਗੀ ਆਵੇ, ਕੋਈ ਢਾਡੀ ਆਵੇ, ਕੋਈ ਪ੍ਰਚਾਰਕ ਆਵੇ, ਕੋਈ ਮੈਂਬਰ ਆਵੇ, ਕੋਈ ਉੱਥੇ ਮੁਲਾਜ਼ਮ ਆਵੇ, ਅੱਜ ਤੱਕ ਕਿਸੇ ਦੀ ਐਪਲੀਕੇਸ਼ਨ ਆਈ ਤੇ ਕਿਸੇ ਨੇ ਪੁੱਛਿਆ ਨਹੀਂ ਤੂੰ ਕੀ ਹੈ। ਸਿਰਫ ਇੱਕੋ ਹੀ ਸਿੱਖ, ਉਹਦੀ ਕੁਆਲੀਫਿਕੇਸ਼ਨ, ਉਹਦੇ ਗੁਣ, ਉਹਦੀ ਧਾਰਮਿਕ ਤੌਰ ਦੇ ਉੱਤੇ ਉਹਦੀ ਐਜੂਕੇਸ਼ਨ ਦਾ ਸੰਬੰਧ, ਜਾਂ ਇਹ ਸਾਰੀ ਪਰਪੱਕਤਾ ਦੇਖੀ ਜਾਂਦੀ ਹੈ। ਸਿੱਖ ਧਰਮ ਦੇ ਵਿੱਚ ਇੱਕੋ ਸੰਸਥਾ ਜਿੱਥੇ ਕੋਈ ਜਾਤ ਬਰਾਦਰੀ ਨੂੰ ਥਾਂ ਹੀ ਨਹੀਂ। ਬੀਬੀ ਜੀ ਮਾਨਸਿਕੀ ਜਾਤ ਸਭ ਦੇ ਇੱਕ ਪਹਿਚਾਨ ਕੋ, ਤੁਸੀਂ ਇਹ ਗੱਲ ਕੀਤੀ ਆ ਵੀ ਕੋਈ ਜਾਤ ਤਾਂ ਹੈ ਨਹੀਂਗੀ, ਪਰ ਉਹਦੇ ਵਿੱਚ ਰਿਜ਼ਰਵ ਜਦੋਂ ਇਲੈਕਸ਼ਨ ਲੜਾਈ ਜਾਂਦੀ ਹੈ, ਬੀਬੀ ਜੀ ਰਿਜ਼ਰਵ ਕਿਉਂ ਉੱਥੇ ਸੀਟਾਂ ਹੁੰਦੀਆਂ ਨੇ? ਜਦੋਂ ਇਲੈਕਸ਼ਨ ਲੜਾਈ ਜਾਂਦੀ ਆ ਉਸ ਸਮੇਂ SC ਦੀ ਵੱਖਰੀ ਸੀਟ ਹੁੰਦੀ ਆ, ਉਦੋਂ ਕਿਉਂ ਹੁੰਦੀ? ਉਹ ਚੋਣ ਕਮਿਸ਼ਨ ਨੇ ਜਿਹੜਾ ਕੀਤਾ ਜੀ, ਭਾਰਤ ਦੇ ਕਾਨੂੰਨ ਨੇ ਬਣਾ ਦਿੱਤਾ। ਤੁਸੀਂ ਨਾ ਮੰਨੋ, ਤੁਸੀਂ ਕੋਈ ਸਿੱਖ ਨਹੀਂ ਮੰਨਦੇ। ਨਹੀਂ ਅਸੀਂ ਤੇ ਐਜ ਏ ਸਿੱਖ ਦਿੰਨੇ ਟਿਕਟ, ਐਕਟ ਨਹੀਂ ਐਜ ਉੱਥੇ ਟਿਕਟਾਂ ਐਜ ਏ ਸਿੱਖ ਦਿੱਤੀਆਂ ਜਾਂਦੀਆਂ, ਨਾ ਕਿ ਕਿਸੇ ਬਰਾਦਰੀ ਦੀ ਤੌਰ ਤੇ। ਉਹਦੀ ਗੱਲ ਸੁਣੋ, ਬਿੰਦੂ ਦੀ ਗੱਲ ਸੁਣੋ। ਜਦੋਂ ਮੈਂ ਦੁਬਾਰਾ ਪ੍ਰਧਾਨ ਆਵਾਂਗੀ ਤੇ ਬੀਬੀਆਂ ਜਿਹੜੀਆਂ ਉਹ ਰਾਗੀ ਜਥੇ 'ਚ ਹੋਣਗੀਆਂ, ਦਰਬਾਰੀ ਹੋਣਗੀਆਂ, ਤੇ ਉਹ ਹਜੇ ਤੱਕ ਲਾਗੂ ਕਦੋਂ ਹੋਏਗਾ? ਕੀਰਤਨੀ ਜਥੇ ਬੀਬੀਆਂ ਦੇ ਉੱਥੇ ਕੀਰਤਨ ਕਰਦੇ ਮੰਜੀ ਸਾਹਿਬ ਗੁਰਦੁਆਰਾ ਦੀਵਾਨ ਹਾਲ 'ਚ, ਉੱਥੇ ਜਿਹੜੀ ਪਰਪੱਕਤਾ ਪੂਰੀ ਚਾਹੀਦੀ। ਅਜੇ ਤੱਕ ਕਿਸੇ ਹੀ ਰਾਗੀ ਜਥੇ ਤੋਂ, ਬੀਬੀਆਂ ਦੇ ਰਾਗੀ ਜਥੇ ਤੋਂ ਮੰਗ ਨਹੀਂ ਆਈ। ਬਾਹਰੋਂ ਤੁਸੀਂ ਕਹਿ ਸਕਦੇ ਹੋ, ਪ੍ਰੈਸ ਵਾਲੇ, ਸਿਆਸੀ ਲੋਕ ਕਹਿ ਸਕਦੇ ਹੈ, ਇਹ ਇੱਧਰ ਦੇ ਆਵਾਜ਼ ਦੇ ਸਕਦੇ ਹੈ। ਕਿਸੇ ਵੀ ਰਾਗੀ ਜਥੇ ਨੇ ਸਾਨੂੰ ਕਦੀ ਨਹੀਂ ਲਿਖਿਆ ਕਿ ਸਾਨੂੰ ਸ੍ਰੀ ਦਰਬਾਰ ਸਾਹਿਬ 'ਚ ਜੋ ਉੱਥੇ ਸਿਧਾਂਤਕ ਤੌਰ ਤੇ ਪਹਿਰੇਦਾਰੀ ਹੈ, ਅਸੀਂ ਤਿਆਰ ਹੈ ਤੇ ਸਾਨੂੰ ਮੌਕਾ ਦਿਓ। ਨੰਬਰ 1। ਨੰਬਰ 2, ਅਸੀਂ ਇਸੇ ਕਰਕੇ ਜਿਹੜੇ ਕਾਲਜ ਖੋਲ੍ਹਣ ਲੱਗੇ ਹੈ ਕਿ ਆਪਣੀਆਂ, ਕਿਉਂਕਿ ਸਾਨੂੰ ਸਵਾਲ ਆਉਂਦਾ ਸੀ ਅੱਗੇ ਕਿ ਜੇ ਤੁਹਾਡੇ ਕੋਲ ਸਪਲਾਈ ਨਹੀਂ ਆ ਰਹੀ ਤੁਸੀਂ ਫਿਰ ਤਿਆਰ ਕਰੋ।
ਸਾਨੂੰ ਇਹ ਸਵਾਲ ਕਰਦੇ ਸੀ ਲੋਕੀ ਕਿ ਤੁਸੀਂ ਕਿਉਂ ਨਹੀਂ ਤਿਆਰ ਕਰਦੇ। ਇਸੇ ਕਰਕੇ ਸਿੱਖ ਮਿਸ਼ਨਰੀ ਕਾਲਜ ਲੜਕੀਆਂ ਲਈ ਤਿਆਰ ਰੱਖਣ ਲੱਗੇ ਆ ਵੀ ਅਸੀਂ ਹੀ ਪ੍ਰਪੱਕ ਕਰੀਏ, ਅਸੀਂ ਤਿਆਰ ਕਰੀਏ। ਜਦ ਤੱਕ ਸਾਡੇ ਕੋਲ ਸਪਲਾਈ ਨਾ ਹੋਵੇ ਉਨੀ ਚਿਰ ਤੱਕ ਮੰਗ ਨਹੀਂ ਹੋ ਸਕਦੀ। ਇਸ ਕਰਕੇ ਮੇਰੀ ਬੇਨਤੀ ਹੈ, ਇਹ ਸਿਰਫ ਲੋਕੀ ਪੋਲੀਟੀਕਲੀ ਬਿਆਨ ਦਿੰਦੇ ਆ, ਇਹ ਸਿਰਫ ਲੋਕੀ ਬਿਆਨ ਵਜੋਂ ਬਿਆਨ ਦਿੰਦੇ ਆ। ਵਰਨਾ ਪਹਿਲਾਂ ਅੱਜ ਤੱਕ ਕਿਸੇ ਜਥੇ ਦਾ ਮੈਂ ਬੀਬੀ ਬਲਜੀਤ ਕੌਰ ਖਾਲਸਾ ਸਭ ਤੋਂ ਵੱਡਾ ਜਥਾ ਸਮਝਦੀ। ਜਦੋਂ ਪਿਛਲੀ ਵਾਰੀ ਮੈਂ ਆਪ ਉਹਨਾਂ ਨੂੰ ਕਿਹਾ ਸੀ ਫੋਨ ਦੇ ਉੱਤੇ ਜੇ ਕਿਤੇ ਲੋੜ ਪਵੇ, ਉਹ ਕਹਿੰਦੇ ਨਹੀਂ। ਫਿਰ ਕਹਿ ਤੋਂ ਭਾਵ ਕਿ ਬੀਬਾ ਜੀ ਧੱਕੇ ਨਾਲ ਨਹੀਂ ਬਿਠਾ ਸਕਦੀ ਮੈਂ ਉੱਥੇ। ਕਈ ਜਗ੍ਹਾ ਮਰਿਆਦਾ ਵੀ ਦੇਖਣੀ ਮੈਂ ਕੀਰਤਨ ਆਪ ਕੀਤਾ ਜੀ ਮੰਜੀ ਸਾਹਿਬ ਦੀਵਾਨ ਹਾਲ, ਬੀਬੀ ਖਾਲਸਾ ਨੇ ਕੀਤਾ ਮੰਜੀ ਸਾਹਿਬ ਦੀਵਾਨ ਹਾਲ, ਸਾਡੀਆਂ ਬੀਬੀਆਂ ਤਾਂਤੀ ਸਾਜਾਂ ਨਾਲ ਕਰਦੀਆਂ ਰਹੀਆਂ ਮੰਜੀ ਸਾਹਿਬ ਦੀਵਾਨ। ਹਰ ਥਾਂ ਤੇ ਕੀਤਾ ਜਾ ਸਕਦਾ, ਪਰ ਉੱਥੇ ਕੋਈ ਸ਼ਰਤਾਂ ਨਹੀਂ, ਉੱਥੇ ਮਰਿਆਦਾ, ਉੱਥੇ ਸ਼ਰਤਾਂ ਨਹੀਂ। ਕਿੰਨੀ ਬਾਣੀ ਕੰਠ ਹੋਵੇ, ਕਿੰਨੀ ਰਿਆਜ਼ ਕੀਤਾ ਹੋਵੇ, ਕਿੰਨਾ ਉਹਦਾ ਤਜਰਬਾ ਹੋਵੇ, ਉੱਥੇ ਹਰ ਕੋਈ ਨਹੀਂ ਜਾ ਕੇ ਬੈਠ ਸਕਦਾ। ਉੱਥੇ ਮੈਂ ਵੀ ਕੀਰਤਨ ਕਰਦੀ ਹਾਂ, ਪਰ ਮੈਂ ਉੱਥੇ ਨਹੀਂ ਬੈਠ ਸਕਦੀ ਵੀ ਮੈਂ ਪ੍ਰਧਾਨ ਤੇ ਮੈਂ ਕੀਰਤਨ ਕਰ ਲੂੰਗੀ। ਨਹੀਂ, ਇਹ ਜ਼ਰੂਰ ਹੈ ਤੁਸੀਂ ਮਾਣ ਕਰਿਆ ਕਰੋ ਔਰਤਾਂ ਕਿ ਇੰਨਾ ਥੋੜਾ ਕਿ ਸਿੱਖ ਧਰਮ ਦੀ ਇੱਕੋ ਸੰਸਥਾ ਜਿਹਨੇ ਇੱਕ ਔਰਤ ਨੂੰ ਐਡਾ ਵੱਡਾ ਮਾਨਤਾ ਵੀ ਆਪਣੀ ਕਲਮ ਨਾਲ ਰਾਗੀ ਲਾ ਸਕਦੀ, ਆਪਣੀ ਕਲਮ ਨਾਲ ਢਾਡੀ ਲਾ ਸਕਦੀ, ਆਪਣੇ ਨਾਲ ਸਕੱਤਰ ਲਾ ਸਕਦੀ, ਆਪਣੇ ਨਾਲ ਮੁਲਾਜ਼ਮ ਲਾ ਸਕਦੀ। ਬੀਬੀ ਜੀ ਤੁਸੀਂ ਕਿਹਾ ਹੁਣੇ ਵੀ ਸਿੱਖ ਧਰਮ ਦੇ ਵਿੱਚ ਜਾਤ ਪਾਤ ਨਹੀਂ, ਸਿੱਖ ਧਰਮ ਜਾਤ ਪਾਤ ਨੂੰ ਮੰਨਦਾ ਹੈ? ਨਹੀਂ ਮੰਨਦਾ। ਨੰਬਰ 1 ਜੀ, 2 ਸਵਾਲ ਆ ਮੇਰੇ ਕਿ ਜਿਹੜੇ ਪਿੰਡਾਂ ਦੇ ਵਿੱਚ ਜਾਤਾਂ ਦੇ ਨਾਮ ਤੇ ਗੁਰਦੁਆਰੇ ਖੁੱਲੇ ਹੋਏ ਨੇ ਜਾਂ ਮੜੀਆਂ ਅਲੱਗ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਇੱਕ ਗੁਰਦੁਆਰਾ ਘਮਾਉਣ ਦੇ ਵਿੱਚ ਜਾਂ ਇੱਕ ਗੁਰਦੁਆਰਾ ਰੱਖਣ ਦੇ ਵਿੱਚ ਕੋਈ ਪਹਿਲ ਕਦਮੀ? ਦੇਖੋ ਮੈਂ ਸਮਝ ਗਈ, ਅਸੀਂ ਡਿਕਟੇਟਰ ਨਹੀਂ, ਅਸੀਂ ਸੰਗਤਾਂ ਨੂੰ ਬਾਰ-ਬਾਰ ਇਹ ਬੇਨਤੀਆਂ ਵੀ ਕਰਦੇ ਹਾਂ ਕਿ ਗੁਰਦੁਆਰਾ ਇੱਕ ਹੋਣਾ ਚਾਹੀਦਾ। ਨੰਬਰ 2, ਕਿਸੇ ਵੀ ਬਰਾਦਰੀ ਦੇ ਨਾਂ ਤੇ ਨਹੀਂ ਹੋਣਾ ਚਾਹੀਦਾ। ਇਹ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਬੇਨਤੀਆਂ ਕਰਦੀ ਹੈ। ਤੁਸੀਂ ਪਿੰਡਾਂ 'ਚ ਵੇਖ ਲਓ ਕਿ ਇਹ ਮਹੱਲਿਆਂ 'ਚ ਗੁਰਦੁਆਰੇ ਬਣ ਗਏ, ਮਹੱਲਿਆਵਾਰ। ਹੁਣ ਉਹ ਕਸੂਰ ਸ਼੍ਰੋਮਣੀ ਕਮੇਟੀ ਕੀ ਕਰੇਗੀ? ਅਸੀਂ ਤੇ ਇਹ ਵੀ ਕਰਤਾ ਹੁਣ ਕਿ ਜਿੱਥੇ 2-4 ਗੁਰਦੁਆਰੇ ਅਸੀਂ ਮਨਜ਼ੂਰੀ ਨਹੀਂ ਦੇ ਰਹੇ ਅਗਲਾ ਗੁਰਦੁਆਰਾ ਖੋਲ੍ਹਣ ਲਈ, ਅਸੀਂ ਬੰਦ ਕਰਤਾ ਕਿ ਜਿੱਥੇ 2-4 ਗੁਰਦੁਆਰੇ ਇੱਦਾਂ ਦੇ ਹਾਂ 2 ਕਿਲੋਮੀਟਰ ਦੇ ਦੂਰ ਤੇ ਹੈ, ਬਾਹਰ ਕੋਈ ਡੇਰੇ ਬਣ ਗਏ ਹੈ, ਉਹ ਵੱਖਰੀ ਗੱਲ ਹੈ। ਪਰ ਕਿਸੇ ਪਿੰਡ ਵਿੱਚ ਅਸੀਂ ਮਨਜ਼ੂਰੀ ਨਹੀਂ ਦੇ ਰਹੇ, ਜਿੱਥੇ ਜ਼ਿਆਦਾ ਗੁਰਦੁਆਰੇ ਅਸੀਂ ਮਨਜ਼ੂਰੀ ਨਹੀਂ ਅੱਗੋਂ ਦੇ ਰਹੇ ਕਿ ਇੱਥੇ ਪ੍ਰਕਾਸ਼ ਕੀਤਾ ਜਾ ਸਕੇ। ਪਰ ਲੋਕਾਂ ਨੂੰ ਅਸੀਂ ਇੰਨਾ ਵੀ ਧੱਕਾ ਜਾਂ ਇੰਨਾ ਡਿਕਟੇਟਰ ਨਹੀਂ ਕਰ, ਉਹ ਫਿਰ ਕਹਿ ਦਿੰਦੇ ਉਲਟਾ ਚੱਲ ਪੈਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਗੁਰਦੁਆਰੇ ਚਲਾਉਣਾ ਹੈ ਕਿ ਬੰਦ ਕਰਾਉਣਾ ਹੈ? ਇਹ ਸਾਡੇ ਉੱਤੇ ਨੈਗੇਟਿਵ ਧਾਰਨਾ ਲੈ ਕੇ ਜਾਂਦੇ ਆ ਕਿ ਇਹ ਤੇ ਬੰਦ ਕਰਾਉਣ ਤੇ ਆ ਕੇ ਉਹ ਇਹ ਨਹੀਂ ਕਹਿੰਦੇ ਕਿ ਇਹ ਕਹਿੰਦੇ ਆ ਕਿ ਤੁਸੀਂ ਮਾਨਸਿਕੀ ਜਾਤ ਸਭਾ ਇੱਕ ਪਹਿਚਾਨਵੋ, ਆਪਾਂ ਇਕੱਠੇ ਰਹੀਏ, ਸਾਂਝੀ ਬਾਤ ਦਾ ਉਪਦੇਸ਼ ਦਈਏ, ਇੱਕ ਗੁਰਦੁਆਰਾ ਹੋਣਾ ਚਾਹੀਦਾ। ਇਹ ਸਾਡੀ ਖਾਸ ਵੀ ਹੈ। ਤੇ ਮੇਰੀ ਹੱਥ ਜੋੜ ਕੇ ਤੁਹਾਡੇ ਰਾਹੀਂ ਫਿਰ ਬੇਨਤੀ ਹੈ ਕਿ ਸਾਰੇ ਪਿੰਡਾਂ ਵਾਲਿਆਂ ਨੂੰ, ਸ਼ਹਿਰਾਂ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਬਹੁਤੇ ਗੁਰਦੁਆਰੇ ਨਾ ਬਣਾਈਏ, ਕਿਉਂਕਿ ਸਾਡੇ ਕੋਲ ਤੇ ਪਾਠੀ ਨਹੀਂ ਪੂਰੇ ਹੋ ਰਹੇ, ਸਾਡੇ ਕੋਲ ਤੇ ਗ੍ਰੰਥੀ ਨਹੀਂ ਪੂਰੇ ਹੋ ਰਹੇ। ਇਸੇ ਕਰਕੇ ਗੁਰਦੁਆਰਿਆਂ 'ਚ ਸੇਵਾਦਾਰ ਨਹੀਂ ਰੱਖੇ ਜਾ ਰਹੇ, ਗ੍ਰੰਥੀ ਨਹੀਂ ਪੂਰੇ ਪੜ੍ਹੇ ਲਿਖੇ ਰੱਖੇ ਜਾ ਰਹੇ, ਪੂਰੀ ਉਹਦੀ ਸੇਵਾ ਸੰਭਾਲ ਨਹੀਂ ਹੋ ਰਹੀ। ਤਾਈਓ ਕਰਕੇ ਥਾਂ ਦੇ ਉੱਤੇ ਬੇਅਦਬੀਆਂ ਹੁੰਦੀਆਂ, ਕਿਉਂਕਿ ਇੱਕ ਗੁਰਦੁਆਰਾ ਹੋਏਗਾ ਸਾਰਾ ਪਿੰਡ ਆਰਾਮ ਨਾਲ ਗ੍ਰੰਥੀ ਰੱਖ ਸਕਦਾ, ਸੇਵਾਦਾਰ ਰੱਖ ਸਕਦਾ, ਪੂਰੀ ਸੇਵਾ ਸੰਭਾਲ ਕਰ ਸਕਦਾ। ਸੋ ਇਹ ਗੱਲਾਂ ਦਾ ਸਾਨੂੰ ਵੀ ਚਿੰਤਾ, ਪਰ ਅਸੀਂ ਬੇਵਸ ਹੋ ਜਾਂਦੇ ਹਾਂ ਲੋਕਾਂ ਤੇ। ਤੁਹਾਡੇ ਸਾਥੀ ਰਹੇ ਨੇ ਸਰਦਾਰ ਨਿਰਮਲ ਸਿੰਘ, ਜਿਹੜੇ ਜੱਜ ਰਹੇ ਨੇ, ਸਾਬਕਾ ਵਿਧਾਇਕ ਨੇ, ਬੀਬੀ ਗੁਲਸ਼ਨ ਜੀ ਆ, ਉਹ ਬਾਰ-ਬਾਰ ਐਲੀਗੇਸ਼ਨ ਲਾ ਰਹੇ ਨੇ ਕਿ ਸਿੱਖ ਧਰਮ ਦੇ ਵਿੱਚ ਜਿਹੜੇ ਗਰੀਬ ਲੋਕ ਨੇ, ਖਾਸ ਕਰਕੇ ਐਸਸੀ ਵਰਗ ਨਾਲ ਸੰਬੰਧਿਤ ਨੇ, ਉਹਨਾਂ ਨੂੰ ਭੇਦਭਾਵ ਹੋ ਰਿਹਾ। ਉਹਨਾਂ ਦੇ ਪਿਤਾ ਦੀ ਜਿਹੜੀ ਫੋਟੋ ਆ ਬਾਰ-ਬਾਰ ਅਰਜ਼ੀਆਂ ਦੇਣ। ਮੈਨੂੰ ਬੜਾ ਅਫਸੋਸ ਹੈ ਜੀ, ਉਹ ਗੁਲਸ਼ਨ ਜੀ ਨਾਲ ਹੀ ਰਹੇ, ਨਾਲ ਹੀ ਐਮਐਲਏ ਰਹੇ, ਨਾਲ ਹੀ ਵਿੱਚ ਰਹੇ ਹੈ ਜੀ। ਅੱਜ ਚੇਤਾ ਆਇਆ ਉਹਨੂੰ। ਭੇਦਭਾਵ ਦੀ ਸੁਣ ਲਓ, ਮੈਂ ਕਹਿਣਾ ਨਹੀਂ ਚਾਹੀਦਾ। ਸਾਡੇ ਕਿੰਨੇ ਗ੍ਰੰਥੀ, ਕਿੰਨੇ ਰਾਗੀ, ਕਿੰਨੇ ਵੱਖ-ਵੱਖ ਬਰਾਦਰੀਆਂ ਨਾਲ ਸੰਬੰਧਿਤ ਹੈ, ਪਰ ਉੱਥੇ ਪੁੱਛਿਆ ਹੀ ਨਹੀਂ ਜਾਂਦਾ ਹੈ। ਮੁਲਾਜ਼ਮ, ਮੇਰਾ ਖਿਆਲ ਹੈ ਕਿ ਜੇ ਇਹ ਕਹਿ ਲਈਏ ਕਿ ਸਾਰੇ ਮੁਲਾਜ਼ਮਾਂ 'ਚੋਂ ਤਕਰੀਬਨ 50% ਜਿਹੜੇ ਹੋਣਗੇ ਉਹ ਸਾਡੇ ਇਹਨਾਂ ਪਰਿਵਾਰਾਂ 'ਚ ਹੋਣਗੇ, ਪਰ ਇਹ ਨਹੀਂ ਉੱਥੇ ਕਿਹਾ। ਮੈਂ ਨਹੀਂ ਕਹਿ ਸਕਦੀ, ਮੈਂ ਆਪਣੀ ਜ਼ੁਬਾਨ 'ਚੋਂ ਵੀ ਨਹੀਂ ਕਹਿਣਾ ਵੀ ਉਹ ਇਹਨਾਂ ਨਾਲ ਸੰਬੰਧਿਤ ਹੈ ਜਾਂ ਕੀ ਹੈ। ਪਰ ਉੱਥੇ ਗਰੀਬ ਉਹਨੂੰ ਸਮਝਿਆ ਜਾਂਦਾ ਜਿਹਦਾ ਕੋਈ ਹੋਰ ਸੋਰਸੇਜ ਨਾ ਹੋਵੇ, ਉਹ ਆ ਕੇ ਉੱਥੇ ਸੇਵਾ ਕਰਨੀ ਚਾਹੁੰਦਾ, ਉਹ ਸੇਵਾ ਕਰੇ। ਦੇਖੋ, ਲੰਗਰ ਪਾਣੀ ਛਕਾਉਣ ਵਾਸਤੇ ਸਾਰੀ ਦੁਨੀਆ ਨਹੀਂ ਲੱਗਦੀ, ਉੱਥੇ ਉਹੀ ਲੱਗ ਸਕਦਾ ਜਿਹਦੇ ਅੰਦਰ ਸੇਵਾ ਭਾਵਨਾ ਹੋਵੇਗੀ, ਜਿਹਦੀ ਭਾਵ ਹਰਿਮੰਦਰ ਸਾਹਿਬ ਵਿੱਚ ਬੜੀ ਪੁਰਾਣੀ ਬੂਕ ਚੱਲੀ ਸੀ ਕਿ ਬੀਬੀਆਂ ਨੂੰ ਕੀਰਤਨ ਕਰਨੀ ਮੇਰਾ ਇਹ ਸਭ ਤੋਂ ਪਹਿਲਾਂ ਮੇਰਾ ਹੀ ਸਵਾਲ ਹੈ, ਇਹ ਸਭ ਤੋਂ ਪਹਿਲਾਂ ਮੇਰਾ ਹੀ ਮਤ ਹੈ। ਔਰ ਮੈਂ ਵੀ ਚਾਹਨੀ ਹੈ ਕਿ ਇੰਨੀ ਪਰਪੱਕਤਾ ਲਿਆਉਣ ਕਿ ਉਹ ਕੱਟ ਜਾਣ ਸਕਾ, ਇਹਨਾਂ ਨੂੰ ਉਹ ਇੰਨੀਆਂ ਪਰਪੱਕ ਹੋ ਕੇ ਉਹਨੂੰ ਕੱਟਣ ਸਕਾ, ਕਿ ਉਹਨਾਂ ਨੂੰ ਮੌਕਾ ਮਿਲੇ
ਪਰ ਗੱਲ ਇਹ ਹੈਗੀ ਹੈ ਕਿ ਅਜੇ ਤੱਕ ਮੈਂ ਪਹਿਲਾਂ ਹੀ ਕਿਹਾ ਕਿ ਕਿਸੇ ਤੁਹਾਡੇ ਕੋਲ ਕੋਈ ਐਸਾ ਜਥਾ ਹੋਵੇ, ਦੇਖੋ ਕਾਲਜ ਵਿੱਚੋਂ ਸੰਗੀਤ ਸਿੱਖ ਸਕਦਾ ਕੋਈ, ਤਾਂਤੀ ਸਾਜ਼ ਸਿੱਖ ਸਕਦਾ ਕੋਈ, ਲੇਕਿਨ ਇੰਨੀ ਪੂਰੀ ਬਾਣੀ ਕੰਠ ਕਰਨੀ, ਪੂਰਾ 3 ਘੰਟੇ 4 ਘੰਟੇ ਸਵੇਰੇ ਆਸਾ ਜੀ ਦੀ ਵਾਰ ਲਾਉਣ ਵਾਸਤੇ ਕਿੰਨੀ ਬਾਣੀ ਚਾਹੀਦੀ ਹੈ, ਭਾਈ ਗੁਰਦਾਸ ਦੀ ਬਾਣੀ ਕੰਠ ਕਰਨੀ ਪੈਂਦੀ ਹੈ, ਕਿੰਨੇ ਕੁ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਸ਼ਬਦ ਚੇਤਾ ਹੋਣੇ ਚਾਹੀਦੇ ਹੈ, ਇਹ ਸਾਰੀਆਂ ਚੀਜ਼ਾਂ ਦਾ ਉੱਥੇ ਧਿਆਨ ਰੱਖਣਾ ਪੈਂਦਾ, ਮੁਲਕ ਦੇ ਲੋਕਾਂ ਨੇ ਸੁਣਨਾ ਹੁੰਦਾ ਹੈ। ਇਸ ਕਰਕੇ ਬੀਬੀ ਜੀ ਬੇਅਦਬੀ ਦਾ ਕੋਈ ਵੀ ਅਰਦਾਸ ਕਰੋ ਕਿ ਬੀਬੀਆਂ ਉੱਠਣ। ਬੀਬੀ ਜੀ ਬੇਅਦਬੀ ਨੂੰ ਲੈ ਕੇ ਬੀਬੀ ਜੀ ਬੇਅਦਬੀ ਦਾ ਜਾਂਚ ਚੱਲਦੀ ਹੈ ਬੜੀ, ਲਾਸਟ 1 ਮਿੰਟ ਬੀਬੀ ਬੇਅਦਬੀ ਦੇ ਲੈ ਕੇ ਬਹੁਤ ਜਾਂਚ ਚੱਲ ਰਹੀ ਹੈ, ਤੁਸੀਂ ਇਹਦੇ ਸਰਕਾਰ ਨੂੰ ਕੀ ਬਾਰ-ਬਾਰ ਡਿਲੇ ਹੋਈ ਜਾਂਦੀ ਹੈ, ਆਰੋਪੀਆਂ ਨੂੰ ਜਿਹੜੀ ਸਜ਼ਾ ਨਹੀਂ ਮਿਲਦੀ, ਆਪਣਾ ਬੜੀ ਤੁਸੀਂ ਹਾਂ ਤੁਸੀਂ ਆਪਾਂ ਤੁਹਾਡਾ ਸਟੈਂਡ ਕੀ ਕਿਉਂਕਿ ਦੇਖੋ ਚਿੰਤਤ ਉਹ ਹੋਵੇ ਜਿਹੜਾ ਸਿੱਖ ਹੋਵੇ, ਚਲੋ ਤੁਸੀਂ ਸਮਝਦੇ ਹੋਗੇ, ਮੈਂ ਤਾਂ ਸਮਝਦੀ, ਜਿਹਦਾ ਸਿੱਖ ਦਾ ਸਿਧਾਂਤ ਨਹੀਂ ਉਹ ਸਿੱਖ ਕਿੱਦਾਂ ਹੋ ਸਕਦਾ, ਜਿਹੜਾ ਸਿੱਖੀ ਦੇ ਸਿਧਾਂਤ ਤੇ ਨਹੀਂ ਚੱਲਦਾ ਉਹਨੂੰ ਤੁਸੀਂ ਸਿੱਖ ਕਹਿੰਦੇ ਹੋ। ਸਿੱਖ ਮੀਨਸ ਉਹਦੀ ਵਿਚਾਰਧਾਰਾ ਸਿੱਖੀ ਵਾਲੀ ਹੋਵੇ ਔਰ ਸਿੱਖ ਦੇ ਸਿਧਾਂਤ ਤੇ ਚੱਲਦਾ ਹੋਵੇ, ਸਿੱਖ ਦੇ ਉਹਦਾ ਅੰਦਰ ਪਰਪੱਕ ਹੋਵੇ ਸਿੱਖੀ ਵਾਸਤੇ, ਤਾਂ ਤੇ ਗੱਲ ਕਰ ਸਕਦਾ, ਬਾਕੀ ਤੇ ਸਾਰੀ ਦੁਨੀਆ ਕਰੀ ਜਾਂਦੀ ਹੈ ਜੀ। ਦੇਖੋ ਬੇਅਦਬੀ ਜਿਹੜੀ ਹੈ, ਵੈਸੇ ਤੇ ਗੁਰੂ ਦੀ ਬੇਅਦਬੀ ਕੋਈ ਕਰ ਹੀ ਨਹੀਂ ਸਕਦਾ, ਗੁਰੂ ਗਿਆਨ ਹੈ, ਗੁਰੂ ਰੋਸ਼ਨੀ ਹੈ, ਗੁਰੂ ਦੀ ਬੇਅਦਬੀ ਕੌਣ ਕਰ ਸਕਦਾ, ਅਸੀਂ ਕੌਣ ਹੈ ਕਿ ਉਹਦੀ ਬੇਅਦਬੀ ਕਰ ਸਕੀਏ। ਇਹ ਤੇ ਸਾਡੀ ਅਕਲ ਦਾ ਜਨਾਜ਼ਾ ਨਿਕਲਦਾ ਹੈ ਜਦੋਂ ਅਸੀਂ ਗਲਤ ਕੰਮ ਕਰਦੇ ਹਾਂ, ਇਹ ਤਾਂ ਸਾਡੀ ਮੂਰਖਤਾ ਹੀ ਹੈ, ਅਸੀਂ ਆਪਣਾ ਜਨਾਜ਼ਾ ਕਢਾ ਲੈਂਦੇ ਹਾਂ ਕਿ ਅਸੀਂ ਇੰਡੀਆ ਕੁਤਾਹੀਆਂ ਕਰਦੇ ਹਾਂ ਕਿ ਅਸੀਂ ਪਛਾਣਦੇ ਨਹੀਂ ਕਿ ਗੁਰੂ ਜੋਤ ਦੇ ਨਾਲ ਅਸੀਂ ਕਿੱਦਾਂ ਦਾ ਸਤਿਕਾਰ ਕਰਨਾ, ਕਿੱਦਾਂ ਦੀ ਸ਼ਰਧਾ ਰੱਖਣੀ ਹੈ। ਇਹ ਸਾਡਾ ਆਪਣਾ ਜਿਹੜੀ ਸੋਚ ਹੈ ਉਹ ਕਮੀ ਹੈ, ਉਹ ਕੀ ਗਲਤ ਹੈ। ਅਸੀਂ ਮਤਲਬ ਆਪਣੇ ਤੇ ਤਰਸ ਕਰਨਾ ਚਾਹੀਦਾ ਸਾਨੂੰ ਵੀ ਅਸੀਂ ਸਿਆਣੇ ਹੋਈਏ ਇਸ ਗੱਲ ਦੇ ਉੱਤੇ। ਸੋ ਜਿਹੜੀ ਦੂਜੀ ਗੱਲ ਹੈਗੀ ਹੈ, ਸਰਕਾਰਾਂ ਨੂੰ ਇਸ ਵਾਸਤੇ ਪੂਰਾ ਤਕੜੇ ਹੋ ਕੇ ਹੱਥ ਪਾਉਣਾ ਚਾਹੀਦਾ। ਦੇਖੋ ਸਾਡੇ ਜਿੰਨੇ ਵੀ ਗੁਰਦੁਆਰਿਆਂ ਵਿੱਚ ਕੋਈ ਨੇ ਆ ਕੇ ਕੁਤਾਹੀ ਕੀਤੀ ਮਾੜੀ ਮੋਟੀ, ਅਸੀਂ ਉਸੇ ਵੇਲੇ ਫੜ ਕੇ ਉਹਨਾਂ ਨੂੰ ਅੰਦਰ ਦਵਾਇਆ। ਸਰਕਾਰ ਨੂੰ ਅਸੀਂ ਹਰ ਥਾਂ 'ਤੇ ਲਿਖ ਕੇ ਦਿੱਤਾ ਕਿ ਸਾਨੂੰ ਬ੍ਰੇਨ ਮੈਪਿੰਗ ਕਰਾ ਕੇ ਦਿਓ, ਅਸੀਂ ਅਰਜ਼ੀਆਂ ਦਿੰਦੇ ਹਾਂ, ਕੋਰਟ 'ਚ ਦਿੰਦੇ ਹਾਂ, ਪਰ ਬ੍ਰੇਨ ਮੈਪਿੰਗ ਨਹੀਂ ਕਰਾ ਕੇ ਦਿੰਦੇ। ਜਿਸ ਕਹਿੰਦੇ ਨਾਰਕੋ ਟੈਸਟ ਕਰਾਓ, ਉਹ ਨਹੀਂ ਅਜੇ ਤੱਕ ਕਿਸੇ ਦਾ ਕਰਾਇਆ। ਸਰਕਾਰ ਨੂੰ ਤਵੱਜੋ ਦੇਣੀ ਚਾਹੀਦੀ ਹੈ ਕਿ ਜੇ ਅਸੀਂ ਇੰਨੇ ਚਿੰਤਤ ਹੈ ਤਾਂ ਉਹਨਾਂ ਨੂੰ ਵੀ ਨਾਲ ਚਿੰਤਤ ਹੋਣਾ ਚਾਹੀਦਾ ਕਿ ਜੇ ਹੋ ਸਕਦਾ ਕਿ ਉਹਦੇ 'ਚੋਂ ਕੋਈ ਐਸੀ, ਅੱਜ ਅਨੰਦਪੁਰ ਸਾਹਿਬ ਸੀ, ਉਹ ਕੜੀ ਜੁੜ ਗਈ ਸਾਰੀ ਬਾਬੇ ਸਾਹਿਬ ਨਾਲ ਜੁੜ ਗਈ, ਜਦੋਂ ਉੱਥੇ ਸਰਸੇ ਵਾਲੇ ਜਿਹੜਾ ਸੀਗਾ ਸਰਸੇ ਵਾਲੇ ਨਾਲ ਉਹ ਜੁੜ ਗਈ, ਉੱਥੇ ਹੀ ਜੰਮੇ ਪਲੇ ਉਹ ਕੁੜੀ, PhD ਕੀਤੀ, ਉਹ 5 ਪੜ੍ਹਿਆ, ਉਹਨਾਂ ਵਿਆਹ ਲਈ। ਇਹਦਾ ਮਤਲਬ ਇਹੋ ਜਿਹੇ ਲੋਕ ਤਿਆਰ ਕੀਤੇ ਜਾਂਦੇ ਆ ਜਿਹੜੇ ਕਿ ਇਹ ਜਾ ਕੇ ਇਹੋ ਜਿਹੇ ਕੰਮ ਕਰਨ ਜਿਹਦੇ ਨਾਲ ਸਾਰੇ ਲੋਕਾਂ ਦੀ ਪੀੜਾ ਹੋਵੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਰਕਾਰਾਂ ਨੂੰ ਬਹੁਤ ਸਖਤੀ ਨਾਲ ਲੈਣਾ ਚਾਹੀਦਾ ਤਾਂ ਜੋ ਕਿਸੇ ਦੀ ਹਿੰਮਤ ਨਾ ਪਵੇ ਕਿ ਉਹ ਮੁੜ ਕੇ ਇਹੋ ਜਿਹੇ ਕੰਮ ਕਰਨ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਤੇ ਜਿੱਥੇ ਦੇਖਦੇ ਹਾਂ ਅਸੀਂ ਜਾ ਕੇ ਸੁਚੇਤ ਹੋ ਕੇ ਜਾਂਦੇ ਹਾਂ। ਸਾਡੇ ਗੁਰਦੁਆਰਿਆਂ 'ਚ ਜੇ ਕਿਸੇ ਨੇ ਮਾੜਾ ਮੋਟਾ ਵੀ ਕੋਈ ਆ ਕੇ ਕੀਤੀ ਹੈ, ਤੁਰੰਤ ਫੜ ਕੇ ਅਸੀਂ ਅੰਦਰ ਦਿੱਤੇ ਆ, ਕਿਉਂਕਿ ਅਸੀਂ ਦੇਖੋ ਅਸੀਂ ਸਿੱਧੇ ਤੌਰ ਦੇ ਉੱਤੇ ਨਾ ਕਿਸੇ ਨੂੰ ਵੱਢ ਸਕਦੇ, ਨਾ ਕਿਸੇ ਨੂੰ ਬਹੁਤਾ ਮਾਰ ਸਕਦੇ ਹਾਂ। ਫਿਰ ਤੁਹਾਡੇ ਵਰਗੇ ਅਖਬਾਰਾਂ ਨੇ ਲਿਖ ਦੇਣਾ, ਆਹ ਦੇਖੋ ਜੀ ਜ਼ੁਲਮ, ਆਹ ਦੇਖੋ ਜੀ ਤਸ਼ੱਦਦ, ਆਹ ਵੇਖੋ ਜੀ ਆਪੇ ਕਾਨੂੰਨ ਨੂੰ ਹੱਥ 'ਚ ਲੈ ਰਹੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਪੈਂਦੀਆਂ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਗੋਂ ਸਰਕਾਰਾਂ ਨੂੰ ਇੱਕ ਤਕੜੇ ਹੋਣਾ ਚਾਹੀਦਾ। ਜੀ ਮੇਰੇ 2 ਸਵਾਲ ਨੇ, ਥੋੜੇ ਜਿਹੇ ਸਖਤ ਹੋਣਗੇ। ਤੁਸੀਂ ਕਰਦੇ ਦੋ ਹੀ ਹੋ ਸਕਦੇ, ਇੱਕ ਨਹੀਂ ਕੋਈ ਵੀ ਕਰਦਾ। ਮੇਰੇ 2 ਸਵਾਲ ਕੋਈ ਨਹੀਂ ਕਰ ਲੈਂਦੇ ਬੀਬੀ ਜੀ, ਥੋੜੇ ਜਿਹੇ ਸਖਤ ਹੋਣਗੇ, ਮੈਨੂੰ ਮਾਫ ਨਹੀਂ, ਤੁਸੀਂ ਸਖਤ ਕਰੋ, ਸਵਾਲ ਹੀ ਸਖਤ ਦਾ ਜਵਾਬ ਦੇ ਕੱਲ ਪਰਸੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਹੈ ਸ਼੍ਰੀ ਰਵੀ ਸ਼ੰਕਰ ਦਾ। ਉਹਦੇ ਵਿੱਚ ਉਹਨਾਂ ਦੀ ਕਿਸੇ ਸਾਧਵੀ ਨੇ ਸ਼ਬਦ ਗਾਇਆ, ਮੇਰੇ ਸਾਹਿਬਾ, ਉਹਨੂੰ ਉਹਨਾਂ ਨੇ ਭਜਨ ਲਿਖਿਆ, ਥੱਲੇ ਦਰਬਾਰ ਸਾਹਿਬ ਦੀ ਫੋਟੋ ਹੈ, ਇੱਕ ਸਾਈਡ ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਹੈ, ਇੱਕ ਸਾਈਡ ਤੇ ਬਾਬੇ ਦੀ ਫੋਟੋ ਲੱਗੀ ਹੈ। ਤੁਹਾਡੇ ਨੋਟਿਸ 'ਚ ਇਹ ਗੱਲ ਆਈ ਹੈ? ਮੈਂ ਤੁਹਾਨੂੰ ਕੱਲ ਵੀ ਉਹਦੀ ਇੱਕ ਜਿਹੜੀ ਅੱਜ ਕਲਿੱਪ ਵੀ ਇਹ ਦੇਖੋ, ਇਹ ਬੜੀ ਪੁਰਾਣੀ ਬਾਬੇ ਨੇ ਪਿਛਲੇ ਦਿਨੀ ਵੀ ਇਹ ਬੜੀ ਪੁਰਾਣੀ ਹੈ, ਰਿਵਾਈਵ ਹੋ ਕੇ ਆਈ ਹੈ। ਬਾਬੇ ਨੇ ਪਿਛਲੇ ਦਿਨੀ ਵੀ ਇੱਕ ਓਮਕਾਰ ਲਿਖਾ ਕੇ ਜਿਹੜਾ ਉਹ ਆਪਣੇ ਸਾਫਾ ਸੀ ਉਹ ਪੈਰਾਂ 'ਚ ਲੈ ਲਿਆ ਸੀ, ਉਹ ਮਾਫੀ ਮੰਗਦਾ, ਉਹ ਤੋਂ ਈਮੇਲ ਮੰਗਾ ਕੇ ਤੁਸੀਂ ਮਾਫੀ ਮੰਗਾ ਲੈਂਦੇ ਹੋ। ਕੋਈ ਸਖਤੀ ਕਰੋ ਤਾਂ ਕਿ ਅੱਗੋਂ ਇਦਾਂ ਨਾ ਹੋਵੇ। ਇਦਾਂ ਦਾ ਕੁਝ ਗੱਲ ਇਹ ਹੈ ਵੀ ਅਸੀਂ ਅੱਜ ਵੀ ਪਾਸ ਕੀਤਾ। ਕੀ ਕੀਤਾ ਮਤੇ 'ਚ ਉਹ ਜਿਹੜਾ ਸੀਗਾ, ਜਿਹੜਾ ਦੇਖੋ ਉਹ ਜਿਹੜੇ ਮਤੇ ਹੈ ਉਹ ਤੇ ਕਈ ਵਾਰੀ ਮਾਫੀ ਮੰਗ ਲਈ ਹੈ, ਜਿਹੜੀਆਂ ਆਈਆਂ ਉਸੇ ਦਿਨ ਹੀ ਮੰਗ ਲੈਂਦੇ, ਉਸੇ ਵੇਲੇ ਜਦੋਂ ਗਲਤੀ ਕਰ ਲੈਂਦੇ ਫਿਰ ਮਾਫੀ ਮੰਗ ਲੈਂਦੇ ਆ। ਇਹ ਵੀ ਕੀਤਾ ਕਿ ਜਿਹੜਾ ਵੀ ਕੋਈ ਇਦਾਂ ਦੀ ਗਲਤੀ ਕਰਦਾ, ਇੱਥੋਂ ਤੱਕ FIR ਵੀ ਦਰਜ ਕਰਾਈ ਜਾਏਗੀ, ਜਿਹੜਾ ਕਿਉਂਕਿ ਉਹਨਾਂ ਜਿਹੜਾ ਅਫੈਂਸ ਬਣਦਾ ਹੋਏਗਾ ਕ੍ਰਿਮੀਨਲ ਅਫੈਂਸ, ਉਹਦੇ ਦੁਆਰਾ ਅਸੀਂ ਪਰਚਾ ਦਰਜ ਕਰਾਵਾਂਗੇ ਤਾਂ ਜੋ ਉਹਨੂੰ ਨੱਥ ਪਾਈ ਜਾਵੇ। ਉਹ ਜਿਹੜੀ ਅਪਲੋਡ ਹੋਈ ਹੈ ਵੀਡੀਓ ਡਾਊਨਲੋਡ ਵਾਪਸ ਹੋ ਗਏ, ਉਹਨਾਂ ਨੇ ਵਾਪਸ ਕਰ ਲਈਆਂ ਸੀਗੀਆਂ ਜੀ, ਉਹ ਵਾਪਸ ਕਰਕੇ ਮਾਫੀ ਮੰਗ ਲੈਂਦੇ ਆ। ਅੱਜ ਵੀ ਹੁਣੇ ਵੀ ਉਹ ਪਾ ਦਿੰਦੇ, ਵਾਰ-ਵਾਰ ਉਹੀ ਪਾਉਂਦੇ ਆ ਜੀ। ਮੇਰਾ ਇੱਕ ਉਹ 5ਵੀਂ ਪੌੜੀ 'ਚ ਪਾਤਾ ਸੀ, ਮੋਦੀ ਦਾ ਨਾਮ ਪਾਤਾ, ਉਹ ਦਰਅਸਲ ਉਸੇ ਵੇਲੇ ਅਸੀਂ ਵਾਪਸ ਕਰਾਇਆ, ਪਰ ਉਹ ਫੇਰ ਪਾ ਦਿੰਦੇ ਲੋਕੀ।
ਇਸ ਕਰਕੇ ਮੇਰਾ- ਸੋਸ਼ਲ ਮੀਡੀਆ ਵਾਲੇ ਮੇਰਾ ਦੂਜਾ ਸਵਾਲ ਥੋੜਾ ਜਿਹਾ ਹੋਰ ਸਕਦਾ ਹੈ ਇਸ ਤੋਂ। ਅੱਛਾ ਤੁਸੀਂ ਕਿਹਾ ਕਿ ਧਰਮ ਦੇ ਉੱਪਰ ਕੋਈ ਖਤਰਾ ਨਹੀਂ, ਬਹੁਤ ਵਧੀਆ, ਸਿੱਖ ਪਰਪੱਕ ਨੇ। ਕੀ ਇੱਕ ਅੰਮ੍ਰਿਤਧਾਰੀ ਸਿੰਘ ਮੰਦਿਰ ਜਾ ਸਕਦਾ ਤੇ ਉੱਥੇ ਪੂਜਾ ਦੇ ਉਸ ਪ੍ਰੋਸੈਸ ਨੂੰ ਪੂਜਾ ਨਹੀਂ ਫੋਲੋ ਕਰ ਕਰ ਸਕਦਾ? ਪੂਜਾ ਨਹੀਂ ਕਰ ਸਕਦਾ, ਕਿਸੇ ਧਰਮ ਦਾ ਪ੍ਰਧਾਨ ਸਨਮਾਨ ਸਾਹਿਬ ਕਰ ਗਏ ਸਕਦਾ। ਨੇ, ਪੰਥਕ ਉੱਥੇ ਪਾਰਟੀ ਦੇ ਉਹਨਾਂ ਨੇ ਪ੍ਰਧਾਨ। ਟਿੱਕਾ ਵੀ ਲਵਾਇਆ, ਉਹ ਪੂਰਾ ਪ੍ਰੋਸੈਸ ਫੋਲੋ ਕੀਤਾ ਕਿ ਉਹ ਕਰ ਸਕਦਾ। ਇਹ ਤੇ ਉਹਨਾਂ ਕੋਲੋਂ ਜਵਾਬ ਨਹੀਂ ਲਓ। ਤੁਸੀਂ ਪੰਥਕ ਪਾਰਟੀ ਕਮੇਟੀ ਦੇ ਪ੍ਰਧਾਨ ਦੇਖੋ ਜੀ, ਹੋ, ਮੈਂ ਤੇ ਤੁਹਾਡਾ ਕਹਿੰਦੀ ਵੀ ਹਰ ਧਰਮ ਦਾ ਸਨਮਾਨ ਕਰਨਾ, ਉਹ ਸਿਆਸੀ ਪਾਰਟੀਆਂ ਨੂੰ ਸਿਆਸੀਆਂ ਨਾਲ ਨਹੀਂ ਗੱਲ ਜੀ, ਕਰੋ। ਤੁਹਾਡੀ ਇਲੈਕਸ਼ਨ ਉਹਦੇ ਮੇਰੀ ਤੋਂ ਗੱਲ ਤੁਸੀਂ ਲੜਦੇ ਹੋ, ਪੰਥਕ ਪਾਰਟੀ ਵੱਲੋਂ ਤੁਸੀਂ election ਸਿਆਸੀ ਲੜਦੇ ਹੋ। ਪਾਰਟੀ 'ਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਜੀ, ਸਾਰੇ ਧਰਮਾਂ ਦਾ ਸਨਮਾਨ ਕਰਨਾ ਉਹਨਾਂ ਦਾ ਫਰਜ਼ ਬਣਦਾ ਹੈ। ਇਹਦਾ ਮਤਲਬ ਹੈ ਇੱਕ ਅੰਮ੍ਰਿਤਧਾਰੀ ਸਿੰਘ ਜੇ ਸਿਆਸੀ ਹੋ ਗਿਆ ਤੇ ਉਹਦੇ ਲਈ ਰਹਿਤ ਮਰਿਆਦਾ ਜੋ ਛੂਟ ਹੈ ਦੂਜੇ ਦੀ ਖੜਕਾਈ ਨਹੀਂ, ਉਹ ਤਾਂ ਸਨਮਾਨ ਲਈ ਜਾਂਦੇ ਨੇ ਨਹੀਂ, ਮੰਦਰ। ਉਹਦੇ ਜਥੇਦਾਰ ਸਾਹਿਬ ਉਹਨਾਂ ਨੂੰ ਉਹਦੇ ਵਕਤ ਮੈਡਮ ਸੌਰੀ ਬੀਬੀ ਜੀ ਉਹ ਆਪਣਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੀ ਮੰਨਦੇ ਆ, ਲੇਕਿਨ ਸਨਮਾਨ ਕਰਦੇ ਆ ਦੂਜੇ ਧਰਮ ਦਾ। ਨਹੀਂ ਅਸੀਂ ਇੱਕ ਅੰਮ੍ਰਿਤਧਾਰੀ ਸਿੰਘ ਉਹ ਪ੍ਰੋਸੈਸ ਫੋਲੋ ਕਰ ਸਕਦਾ। ਜਿਹੜਾ ਤੁਸੀਂ ਗੱਲ ਕੀਤੀ ਕਿ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਉਹਦੇ ਲਈ ਸਰਕਾਰ ਨੂੰ ਸਖਤੀ ਵਰਤਣੀ ਚਾਹੀਦੀ ਹੈ। ਜਿਹੜੀ ਵੀ ਸਰਕਾਰ 'ਚ ਹੋਇਆ, ਚਾਹੇ ਕਾਂਗਰਸੀ ਸਰਕਾਰ 'ਚ ਹੋਈ ਤੇ ਚਾਹੇ ਅਕਾਲੀ ਸਰਕਾਰ 'ਚ, ਉਹਨਾਂ ਦੋਵਾਂ ਸਰਕਾਰਾਂ ਨੂੰ ਜ਼ਿੰਮੇਵਾਰ ਮੰਨਦੇ ਹੋ ਕਿ ਉਹਨਾਂ ਨੇ ਕੋਤਾਹੀ ਕੀਤੀ ਆਪਣੇ ਸਮੇਂ 'ਚ? ਦੇਖੋ, ਸਰਕਾਰ ਨੇ ਜੋ ਪਹਿਲਾਂ ਹੋਇਆ, ਜੋ ਉਹਨਾਂ ਨੇ ਕੀਤਾ, ਸਿੱਟ ਬਣਾ ਦਿੱਤੀ ਜਾਂ ਸੀਬੀਆਈ ਨੂੰ ਦਿੱਤਾ, ਉਦੋਂ ਲੋਕਾਂ ਦੀ ਮੰਗ ਸੀ ਕਿ ਸੀਬੀਆਈ ਨੂੰ ਦਿੱਤਾ ਜਾਵੇ। ਸਿੱਟ ਬਣਾਈ ਤੇ ਇਮੀਡੀਏਟ ਉਹਨਾਂ ਧਰਨੇ ਲਾਤੇ ਕਿ ਸੀਬੀਆਈ ਨੂੰ ਦਿੱਤਾ ਜਾਵੇ। ਸੀਬੀਆਈ ਨੂੰ ਦਿੱਤਾ, ਸਮਾਂ ਨਿਕਲ ਗਿਆ। ਉਦੋਂ ਕਹਿੰਦੇ ਸੀ ਵੀ ਬੇਅਦਬੀ ਇਹਨਾਂ ਨੇ ਨਹੀਂ ਰੋਕੀ, ਬੇਅਦਬੀ ਦਾ ਹੱਲ ਨਹੀਂ ਕੱਢਿਆ। ਪੌਣੇ 5 ਸਾਲ ਹੋ ਗਏ ਹੈ। ਇਹ ਤਾਂ ਕਹਿੰਦੇ ਸੀ 3 ਮਹੀਨੇ 'ਚ ਨਿਬੇੜ ਦਿਆਂਗੇ, ਤੇ ਹੁਣ ਪੌਣੇ 5 ਸਾਲ ਨਿਕਲ ਚੱਲੇ ਆ ਤੇ ਕਿਸੇ ਨੇ ਨਿਬੇੜੀ ਤੇ ਨਹੀਂ। ਸੋ ਇਸ ਕਰਕੇ ਚਲੋ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਪਰ ਤੁਸੀਂ ਨਾ ਦੇਖ ਲਓ, ਮੈਂ ਤੁਹਾਨੂੰ ਕਿਹਾ ਸੀ ਵੀ ਇਹ ਧਾਰਮਿਕ ਸੰਸਥਾ ਉਹਦਾ ਰਹਿਣਾ, ਪਰ ਤੁਸੀਂ ਸਿਆਸੀਆਂ ਵਾਂਗੂ ਧਰਮ ਨਾਲ ਸੰਬੰਧਿਤ ਅਸਲੀ ਜਵਾਬ ਨਹੀਂ ਦਿੱਤਾ। ਕਿਹੜਾ ਨਹੀਂ ਦਿੱਤਾ, ਕਿਹੜਾ ਨਹੀਂ ਦਿੱਤਾ। ਗੁਰਸਿੱਖ ਹੈ ਜਿਹੜਾ